दोहरा बसे विशाली नगर में गुरु गरीब निवाज। आए राव बंदन करे सेवै जितक समाज। वाहिगुरु जी का खालसा वाहिगुरु जी की फतेह। परम सत्कारयोग सन्मानयोग गुरु रंग च रंगी हुई गुरु खालसा साध संगत जीओ, धनता दे पात्र हो। नौवें पातशाह तेग बहादुर सिमरिया घर नौ निध आवै धाए, सब थाई होए सहाय। सतगुरु नौवें पातशाह दे पवित्र पावन सचखंड दरबार अंदर श्री गुरु ग्रंथ साहिब जी की पवित्र हजूरी च हाजरियां भर के नेता प्रति साहिबे कमाल पंथ दे वाली चिट्टियां बाजां वाले सतगुरु श्री गुरु गोबिंद सिंह साहिब जी महाराज, सतगुरु जी का पावन पवित्र इतिहास बहुत ही शरधा भावना अदब सत्कार सहित सरवण कर रहे हो। नरमोहगढ़ साहब का जंग लड़ के वैरी दल नूं भाजड़ा पा के करगीधर जी ने खालसे पंथ समेत सिंघां समेत सतलुज दरिया पार किया है। वजीर खां सूबा सरहंद पहाड़ी राजियां समेत वापस मुड़िया। वजीर खां नूं कई तरह के तोहफे भेंट करके राजे भीम चंद ने रुखसत किया है। पहाड़ां दीयां रियासतां विच जिन्हां दे संबंधी रणभूमि विच जंग दे मैदान च मारे गए सन, उन्हां दे घरां विच चीख झिहाड़ा पिया होया। भीम चंद नूं लानतां पाउंदे ने कि पहाड़ियां दी कुल दे विच बांस बन के जम्मिया, जिवें बांस जंगल च ही पैदा हो के जंगल नूं साड़ दिंदा है, ये भीम चंद भी उसे बांस दे मनिंद है। इधर सतगुरु जी दरिया दे पारले पासे आके डेरा कीता है। विसाली दा राजा सलाही चंद महाराज जी के चरणों में आके बेनती की, सतगुरु जी आप जी मेरे नाल चल के विसाली मेरे नगर च चरण पा के घर पवित्र करो। इहदी बेनती नूं स्वीकार करदिआं खालसे दे समेत सिंघां दे समेत सतगुरु जी ने विसाली जाके उतारा किया है। राजे विसाली ने बड़ी शरधा नाल भावना नाल ਸਿੰਘਾਂ ਦਾ उतारा करवाया है। लोड़ींदियां वस्तुआं वो ਸਿੰਘਾਂ ताईं पहुँचदियां कीतियां हन। राजे विसाली नाल जिवें महाराज जी दे बचन बिलास हुंदे ने, विसाली दे इलाके च कलगीधर जी जिवें अपने चरण पा के थां भागशाली बना रहे ने। आओ मन बिरतियां एकाग्र करके
ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਜੋ ਇਹ ਕਥਾ ਸੁਨੈ ਰਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਕਲਗੀਧਰ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸੇ ਬਿਸਾਲੀ ਨਗਰ ਮੈਂ, ਗੁਰੂ ਗਰੀਬ ਨਿਵਾਜ। ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ, ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਸ ਦਾ ਕੋਈ ਨਹੀਂ ਉਹਦੇ ਸਤਿਗੁਰੂ ਗੁਰੂ ਕਲਗੀਧਰ ਹਨ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹੜੇ ਬੇਆਸਰੇ ਕਹੇ ਜਾਂਦੇ ਨੇ, ਨਿਮਾਣੇ ਗਰੀਬ ਕਹੇ ਜਾਂਦੇ ਨੇ, ਉਹਨਾਂ ਦੇ ਮਿੱਤਰ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸੰਸਾਰ ਵਿੱਚ ਧਨਵਾਨ ਵਿਅਕਤੀ ਦਾ ਹਰ ਕੋਈ ਰਿਸ਼ਤੇਦਾਰ ਸੰਬੰਧੀ ਬਣਨ ਨੂੰ ਤਿਆਰ ਹੈ। ਕੋਈ ਨਿਰਧਨ ਗਰੀਬ ਹੋਵੇ, ਉਸ ਨੂੰ ਵੇਖ ਕੇ ਉਹਦੇ ਤੋਂ ਮੂੰਹ ਮੋੜਨ ਦੀ ਬਿਰਤੀ ਸੰਸਾਰੀ ਲੋਕਾਂ ਦੀ ਹੈ। ਨਿਰਧਨ ਨੂੰ ਕੋਈ ਆਦਰ ਨਹੀਂ ਦਿੰਦਾ, ਕੋਈ ਸਤਿਕਾਰ ਨਹੀਂ ਦਿੰਦਾ। ਪਰ ਮੇਰੇ ਸਤਿਗੁਰੂ ਨਾਲ ਨਿਰਧਨਾਂ 'ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ। ਤੇਰਾਂ ਦੇ ਘਰ ਚਰਨ ਪਾ ਕੇ ਭਾਈ ਲਾਲੋ ਨੂੰ ਆਪਣੇ ਕੰਠ ਨਾਲ, ਆਪਣੇ ਗਲ ਨਾਲ ਲਾ ਕੇ ਭਾਗਸ਼ਾਲੀ ਬਣਾਉਂਦੇ ਹੈ। ਸਤਿਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਦੂਜਾ, ਗਰੀਬੀ ਕੇਵਲ ਧਨ ਕਰਕੇ ਕੋਈ ਗਰੀਬ ਹੈ ਤੇ ਉਸ ਨੂੰ ਨਹੀਂ ਕਹਿੰਦੇ। ਗਰੀਬੀ ਹਿਰਦੇ ਦੀ ਭਾਵਨਾ ਵੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉੱਥੇ ਗਰੀਬੀ ਵੇਸ ਦਾ ਮਤਲਬ ਹੈ ਹਲੀਮੀ ਰੱਖਣੀ, ਨਿਮਰਤਾ ਰੱਖਣੀ। ਕਈ ਵਾਰ ਧਨ ਕਰਕੇ ਗਰੀਬ ਬੰਦੇ ਵੀ ਹੈਂਕੜ ਤੇ ਹੰਕਾਰ ਨਾਲ ਭਰੇ ਹੁੰਦੇ ਹੈ। ਪਰ ਕਈ ਵਾਰ ਬਹੁਤ ਸਾਰੇ ਧਨਵਾਨ ਵਿਅਕਤੀ, ਜਿਨ੍ਹਾਂ ਕੋਲ ਬੇਅੰਤ ਧਨ ਹੈ, ਫਿਰ ਵੀ ਹਿਰਦੇ 'ਚ ਉਹਨਾਂ ਨੇ ਗਰੀਬੀ ਦਾ ਭਾਵ, ਹਲੀਮੀ ਦੀ ਬਿਰਤੀ ਰੱਖੀ ਹੈ। ਤੋ ਜਿਨ੍ਹਾਂ ਅੰਦਰ ਇਹੋ ਜਿਹਾ ਗਰੀਬੀ ਭਾਵ ਹੈ, ਨਿਮਰਤਾ ਹੈ, ਹਲੀਮੀ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹਨ। ਤਦੇ ਭਾਈ ਰਤਨ ਸਿੰਘ ਭੰਗੂ ਵੀ ਕਹਿੰਦੇ ਹੈ, ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਕਲਗੀਧਰ ਜੀ ਨੇ ਬਚਨ ਕਹੇ, ਮੈਂ ਆਪਣੇ ਨਾਲ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣੀ ਹੈ। ਐਸੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਕਲਗੀਧਰ ਜੀ ਵਿਸਾਲੀ ਨਗਰ ਦੇ ਵਿੱਚ ਰਾਜੇ ਸਲਾਹੀ ਚੰਦ ਦੇ ਮਹਿਲਾਂ ਵਿੱਚ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ। ਵਿਸਾਲੀ ਨਗਰ ਵਿੱਚ ਗੁਰੂ ਸਾਹਿਬ ਜੀ ਮਹਿਲ ਵਿੱਚ ਰਹੇ। ਲੰਮੇ ਅਰਸੇ ਤੱਕ ਇਸ ਅੰਸ਼ ਵੰਸ਼ ਦੇ ਜਿਹੜੇ ਰਾਜੇ ਸਨ, ਮਹਿਲ ਵਿੱਚ ਮਹਾਰਾਜ ਜੀ ਦਾ ਸਥਾਨ ਬਣਾ ਕੇ ਪੂਜਾ ਕਰਿਆ ਕਰਦੇ ਸਨ। ਭਾਈ ਵੀਰ ਸਿੰਘ ਹੋਣਾ ਨੇ ਟਿੱਪਣੀ ਕੀਤੀ ਹੈ ਕਿ ਬਹੁਤ ਸਾਲ ਹੋਏ ਉਹਨਾਂ ਦੇ ਵੇਲੇ ਉਹ ਅਸਥਾਨ ਅਲੋਪ ਹੋਇਆ। ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਮੈਨੂੰ ਇਸ ਦਾ ਬੋਧ ਨਹੀਂ ਹੈ ਕਿ ਉੱਥੇ ਵਿਸਾਲੀ ਵਿੱਚ ਹੁਣ ਸਤਿਗੁਰਾਂ ਦਾ ਕੋਈ ਮਹਿਲ ਵਿੱਚ ਅਸਥਾਨ ਹੈ ਕਿ ਨਹੀਂ। ਤੋ ਇਹਦੀ ਜਿਹੜੀ ਅੰਸ਼ ਵੰਸ਼ ਵੀ ਸੀ ਅੱਗੇ ਰਾਜੇ ਵਿਸਾਲੀ ਦੀ, ਉਹ ਗੁਰੂ ਸਾਹਿਬ ਦੇ ਅਸਥਾਨ ਨੂੰ ਬਣਾ ਕੇ ਮਹਿਲ ਵਿੱਚ ਸੇਵਾ ਭਾਵਨਾ ਨਾਲ ਸੇਵਾ ਕਰਦੇ ਰਹੇ। ਤੋ ਵਿਸਾਲੀ ਨਗਰ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ।
ਆਏ ਰਾਵ ਬੰਦਨ ਕਰੇ ਸੇਵੈ ਜਿਤਕ ਸਮਾਜ। ਰਾਏ ਵਿਸਾਲੀ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਹੈ, ਮੱਥਾ ਟੇਕਿਆ, ਬੜੇ ਭਾਵਨਾ ਨਾਲ ਗੁਰਦੇਵ ਦੇ ਚਰਨਾਂ 'ਚ ਨਮਸਕਾਰ ਕਰਕੇ ਜੋ ਜੋ ਵਸਤੂ ਚਾਹੀਦੀ ਸੀ ਉਹ ਵਸਤੂ ਮਹਾਰਾਜ ਜੀ ਕੋਲ ਭੇਟ ਕਰਕੇ ਸੇਵਾ ਕੀਤੀ ਹੈ। ਸਾਰੇ ਨਾਲ ਦੇ ਸਮੁਦਾਇ ਦੀ ਸੇਵਾ ਕੀਤੀ ਹੈ। ਚੌਪਈ ਬੈਠੇ ਨਿਕਟ ਬਾਕ ਗੁਰ ਸੁਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਰਾਜਾ ਵਿਸਾਲੀ ਬੜੀ ਭਾਵਨਾ ਨਾਲ ਮਹਾਰਾਜ ਕਲਗੀਧਰ ਜੀ ਦੇ ਬਚਨ ਸੁਣਦਾ ਹੈ। ਭਾਗ ਆਪਨੇ ਦੀਰਘ ਗੁਨੇ। ਜਾਣਦਾ ਹੈ ਕਿ ਮੇਰੇ ਵੱਡੇ ਭਾਗ ਹਨ, ਭਾਗ ਵੱਡੇ ਨੇ, ਤਦੇ ਹੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ, ਦੀਦਾਰ ਹੋ ਰਹੇ ਨੇ। ਇਹ ਮੇਰੇ ਕੋਈ ਪੂਰਬਲੇ ਜਨਮਾਂ ਦੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸਗਲ ਖਾਲਸੇ ਲਗੇ ਦੀਵਾਨ। ਮਹਾਰਾਜ ਜੀ ਦਾ ਦੀਵਾਨ ਸਜਦਾ ਤੇ ਸਮੁੱਚਾ ਖਾਲਸਾ ਪੰਥ ਮਹਾਰਾਜ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਦਾ ਹੈ। ਸਾਰੇ ਸਿੰਘ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਸ਼੍ਰੀ ਅਜੀਤ ਸਿੰਘ ਥਿਤ ਹੋਏ ਆਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਦੀਵਾਨ ਵਿੱਚ ਆ ਕੇ ਬੈਠਦੇ ਹਨ। ਬੋਲਿਓ ਰਾਵ ਸੈਲਪਤੀ ਅੰਦੇ। ਰਾਜਾ ਵਿਸਾਲੀ ਮਹਾਰਾਜ ਜੀ ਕੋਲ ਬੈਠਾ ਬਚਨ ਕਰਨ ਲੱਗਾ। ਸਤਿਗੁਰੂ ਜੀ ਇਹ ਪਹਾੜੀ ਰਾਜੇ ਮੱਤ ਦੇ ਅੰਨੇ ਹਨ। ਇਹ ਬੁੱਤ ਪੂਜ ਕੇ ਇਹਨਾਂ ਦੇ ਮੱਥੇ ਦਿਮਾਗ ਜਿਹੜੇ ਦਿਲ ਨੇ ਉਹ ਬੋਤੀ ਬਣ ਗਏ ਨੇ। ਇਹ ਮਤ ਦੇ ਅੰਨੇ ਨੇ, ਅਕਲ ਦੇ ਅੰਨੇ ਹਨ। ਰਾਵਰ ਸਾਥ ਬੈਰ ਵੱਡ ਬੰਦੇ। ਇਹਨਾਂ ਦੇ ਅਕਲ ਦਾ ਜਨਾਜ਼ਾ ਉਦੋਂ ਨਿਕਲਦਾ ਹੈ ਜਦੋਂ ਮਹਾਰਾਜ ਇਹ ਤੁਹਾਡੇ ਨਾਲ ਵੈਰ ਕਰ ਲੈਂਦੇ ਹਨ। ਬਿਨਾਂ ਗੱਲ ਤੋਂ, ਨਾਹਕ ਬਿਨਾਂ ਕਾਰਨ ਤੋਂ ਇਹਨਾਂ ਨੇ ਆਪ ਜੀ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਬੰਨੀ ਹੈ। ਉਸ ਘਰ ਨਾਲ ਵੈਰ ਰੱਖਿਆ ਇਹਨਾਂ ਪਾਪੀਆਂ ਨੇ, ਮਲੇਛਾਂ ਨੇ, ਜਿਸ ਘਰ ਦੇ ਵਿੱਚ ਕਦੇ ਕਿਸੇ ਨਾਲ ਵੈਰ ਨਹੀਂ ਪਾਲਿਆ ਜਾਂਦਾ। ਸਤਿਗੁਰੂ ਜੀ ਨਿਰਵੈਰ ਹਨ ਤੇ ਨਿਰਵੈਰ ਸਤਿਗੁਰਾਂ ਦੇ ਨਾਲ ਇਹਨਾਂ ਮੱਤ ਦਿਆਂ ਅੰਨਿਆਂ ਨੇ ਵੈਰ ਰਚਿਆ ਹੋਇਆ ਹੈ। ਲੋਕ ਪਰਲੋਕ ਖੋਏ ਜਿਨ ਲੀਨੋ। ਇਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਹੀ ਖੋਏ ਗਏ ਨੇ ਮਹਾਰਾਜ। ਇਹਨਾਂ ਦਾ ਹਲਤ ਪਲਤ ਦੋਵੇਂ ਹੀ ਵਿਗੜ ਗਏ ਨੇ ਮਲੇਛਾਂ ਦੇ। ਇਸ ਲੋਕ 'ਚ ਵੀ ਧੱਕੇ ਖਾਂਦੇ ਰਹਿਣਗੇ, ਇਹ ਪਰਲੋਕ ਵਿੱਚ ਵੀ ਧੱਕੇ ਖਾਂਦੇ ਰਹਿਣਗੇ। ਮਹਾ ਕੁਕਾ ਜੀ ਆਪਨੋ ਕੀਨੋ। ਇਹਨਾਂ ਨੇ ਆਪਣਾ ਬੜਾ ਵੱਡਾ ਖੋਟਾ ਕੰਮ ਕਰ ਲਿਆ। ਨੁਕਸਾਨ ਦਾ ਜਿਹਨੂੰ ਕਹਿੰਦੇ ਨਾ, ਬੜਾ ਵੱਡਾ ਨੁਕਸਾਨ, ਉਹ ਮਹਾਰਾਜ ਜੀ ਇਹਨਾਂ ਨੇ ਆਪਣਾ ਆਪ ਕੀਤਾ ਹੈ। ਆਪ ਆਪਣੇ ਹੱਥੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਹੈ। ਅਪ ਜਸ ਜਗ ਮੈਂ ਬਹੁ ਬਿਸਤਾਰਾ। ਇਹਨਾਂ ਪਹਾੜੀਆਂ ਦਾ ਅਪ ਜਸ ਤੇ ਅਪਮਾਨ ਸਾਰੇ ਜਗਤ ਵਿੱਚ ਫੈਲ ਰਿਹਾ ਹੈ। ਹਰ ਇੱਕ ਪ੍ਰਾਣੀ ਮਾਤਰ ਜਿਹੜਾ ਗੁਰੂ ਘਰ ਦੀ ਮਹਿਮਾ ਜਾਣਦਾ ਹੈ ਉਹ ਇਹਨਾਂ ਪਹਾੜੀਆਂ ਨੂੰ ਮਾੜਾ ਭੱਦਾ ਸਮਝਦਾ ਹੈ ਔਰ ਇਹਨਾਂ ਨੂੰ ਤਰਕਾਰਾਂ ਤੇ ਲਾਹਨਤਾਂ ਪਾਉਂਦਾ ਹੈ। ਬਾਰ ਅਨੇਕ ਲਰਤ ਰਣ ਹਾਰਾ। ਅਨੇਕਾਂ ਵਾਰ ਇਹ ਭੀਮ ਚੰਦ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਤੁਹਾਡੇ ਨਾਲ ਜੰਗ ਕਰਨ ਵਾਸਤੇ ਆਇਆ ਹੈ ਔਰ ਬਾਰ-ਬਾਰ ਜੰਗ ਕਰਕੇ ਆਪ ਜੀ ਤੋਂ ਹਾਰ ਕੇ ਵਾਪਸ ਮੁੜਿਆ ਹੈ। ਸੁਨੇ ਸ਼੍ਰੋਣ ਮਨ ਜੋ ਕਰਤੂਤ। ਮਹਾਰਾਜ ਜਿਹੜੀਆਂ ਇਹ ਭੈੜੀਆਂ ਕਰਤੂਤਾਂ ਕੀਤੀਆਂ ਨੇ ਪਹਾੜੀਆਂ ਨੇ, ਰਾਜੇ ਭੀਮ ਚੰਦ ਨੇ, ਇਹਦੀਆਂ ਭੈੜੀਆਂ ਕਰਤੂਤਾਂ ਅਸੀਂ ਸੁਣੀਆਂ ਹਨ। ਕਹੇ ਗਰੇਸ਼ਨ ਵਿਖੇ ਕਪੂਤ। ਮਹਾਰਾਜ ਭੀਮ ਚੰਦ ਨੂੰ ਸਾਰੇ ਪਹਾੜੀ ਰਾਜਿਆਂ ਦੇ ਵਿੱਚ ਕਪੂਤ ਕਹਿੰਦੇ ਨੇ, ਵੀ ਇਹ ਪਹਾੜੀਆਂ ਵਿੱਚ ਕਪੂਤ ਜੰਮਿਆ। ਇਹ ਸਪੂਤ ਨਹੀਂ ਹੈ, ਇਹ ਕਪੂਤ ਹੈ। ਖੋਟਾ ਪੁੱਤਰ ਇਹੋ ਜਿਹਾ ਹੈ ਕਿ ਮਹਾਰਾਜ ਇਹ ਸਾਰੇ ਪਹਾੜੀਆਂ ਨੂੰ ਬੱਜ ਲਾਉਣ ਵਾਲਾ, ਉਹਨਾਂ ਨੂੰ ਕਲੰਕ ਲਾਉਣ ਵਾਲਾ ਕਲੰਕੀ ਹੈ। ਬਾਰ ਬਾਰ ਤੁਰ ਕਾਨੀ ਅਗਾਰੀ। ਕਿੱਡਾ ਕਪੂਤ ਹੈ ਮਹਾਰਾਜ। ਨਾਲੇ ਆਪਣੇ ਆਪ ਨੂੰ ਸ਼ਸਤਰਧਾਰੀ ਛਤਰੀ ਰਾਜਾ ਕਹਾਉਂਦਾ ਹੈ, ਨਾਲੇ ਬਾਰ-ਬਾਰ ਤੁਰਕਾਂ ਦੇ ਅੱਗੇ ਜਾ ਕੇ ਹੱਥ ਜੋੜ ਕੇ ਉਹਨਾਂ ਦੀਆਂ ਜੀਜੜੀਆਂ ਕੱਢਦਾ।
ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਅੱਗੇ ਮਿੰਨਤਾਂ ਤਰਲੇ ਕਰਦਾ ਹੈ। ਨਿਮਰੀ ਹੋਤ ਦੇਤ ਤਨ ਭਾਰੀ। ਔਰ ਉਹਨਾਂ ਤੁਰਕਾਂ ਅੱਗੇ ਨਿਮਰੀ ਹੋ ਕੇ ਸੀਸ ਝੁਕਾ ਕੇ ਉਹਨਾਂ ਨੂੰ ਧਨ ਦਿੰਦਾ ਹੈ। ਹਾਰਿਓ ਧਰਮ ਹਿੰਦੂਅਨ ਕੇਰਾ। ਮਹਾਰਾਜ ਨੇ ਆਪਣਾ ਧਰਮ ਹਾਰ ਦਿੱਤਾ ਹੈ। ਹਿੰਦੂ ਧਰਮ ਦਾ ਹੈ ਪਰ ਇਹਨੇ ਆਪਣਾ ਧਰਮ ਹਾਰ ਦਿੱਤਾ ਹੈ। ਹਿੰਦੂ ਧਰਮ ਦੇ ਹੋਣ ਦੇ ਬਾਵਜੂਦ ਉਹਨਾਂ ਤੁਰਕਾਂ ਅੱਗੇ ਜਾ ਕੇ ਸੀਸ ਝੁਕਾ ਕੇ ਉਹਨਾਂ ਦੀ ਗੁਲਾਮੀ ਮੰਨਦਾ ਹੈ, ਉਹਨਾਂ ਦਾ ਜੂਠਾ ਖਾਂਦਾ ਹੈ। ਬਨੇ ਦੀਨ ਬੋਲਤ ਮੈਂ ਚੇਰਾ। ਔਰ ਉਹਨਾਂ ਅੱਗੇ ਦੀਨ ਹੋ ਕੇ ਮਿੰਨਤਾਂ ਕਰਦਾ, ਘਗਿਆ ਕੇ ਕਹਿੰਦਾ ਜੀ ਮੈਂ ਤੁਹਾਡਾ ਦਾਸ ਹਾਂ। ਉਹਨਾਂ ਤੁਰਕਾਂ ਨੂੰ ਜਾ ਕੇ ਕਹਿੰਦਾ ਜੀ ਮੈਂ ਤੁਹਾਡਾ ਚੇਲਾ ਹਾਂ, ਮੈਂ ਤੁਹਾਡਾ ਨੌਕਰ ਹਾਂ। ਆਨ ਕਾਨ ਜੇ ਰਾਖਤ ਰਾਜਾ। ਬਾਕੀ ਜਿਹੜੇ ਹੋਰ ਰਾਜੇ ਨੇ ਜਿਹੜੇ ਕਾਣ, ਉਹ ਵੀ ਇਹਦੀ ਕਾਣ ਨਹੀਂ ਮੰਨਦੇ। ਕੋ ਇਮ ਕਰੇ ਜੋ ਕੀਨ ਕੁਕਾਜਾ। ਉਹ ਜਿਹੜੇ ਰਾਜੇ ਨੇ ਇਸ ਗੱਲ ਕਰਕੇ ਅਣਖੀ ਵੀ ਨੇ ਕਈ ਰਾਜੇ ਪਹਾੜੀਆਂ ਵਿੱਚੋਂ। ਉਹ ਕਹਿੰਦੇ ਆ ਵੀ ਭੀਮ ਚੰਦ ਨੇ ਸਾਡੇ ਸਾਰਿਆਂ ਦੇ ਨਾਂ ਨੂੰ ਵੱਟਾ ਲਾ ਦਿੱਤਾ ਹੈ। ਤੁਰਕਾਂ ਅੱਗੇ ਜਾ ਕੇ ਜੀਜੜੀਆਂ ਕੱਢੜੀਆਂ, ਉਹਨਾਂ ਅੱਗੇ ਜਾ ਕੇ ਸਿਰ ਝੁਕਾਉਣੇ, ਗੁਲਾਮੀ ਦੀ ਜੰਜੀਰ ਆਪਣੇ ਗਲ ਵਿੱਚ ਆਪ ਆਪਣੇ ਹੱਥੀਂ ਪਾਉਣੀ। ਜਿਹੜੇ ਮਹਾਰਾਜ ਕੁਝ ਛਤਰੀ ਰਾਜੇ ਨੇ ਪਹਾੜੀ ਰਿਆਸਤਾਂ ਦੇ, ਉਹ ਰਾਜੇ ਭੀਮ ਚੰਦ ਨੂੰ ਮਾੜਾ ਸਮਝਦੇ ਹਨ। ਤਿਕ ਤਿਕ ਬਾਰ ਬਾਰ ਇਸ ਕਹੇ। ਉਹ ਕਹਿੰਦੇ ਲਾਨਤ ਹੈ ਭੀਮ ਚੰਦ ਦੇ, ਲਾਨਤ ਹੈ, ਤਰਕਾਰ ਹੈ ਰਾਜੇ ਭੀਮ ਚੰਦ ਦੇ ਰਾਜ ਭਾਗ ਤੇ। ਸਤਗੁਰ ਸੰਗ ਵਿਰੋਧੀ ਲਏ। ਉਹ ਇਹ ਵੀ ਜਾਣਦੇ ਨੇ ਰਾਜੇ ਮੰਡੀ ਵਰਗੇ ਜਾਂ ਰਾਜੇ ਮੇਦਨੀ ਪ੍ਰਕਾਸ਼ ਵਰਗੇ, ਜੋ ਸਿਰਮੌਰ ਰਿਆਸਤ ਦਾ ਰਾਜਾ ਸੀ, ਪੌਂਟਾ ਸਾਹਿਬ ਦੇ ਇਲਾਕੇ ਦਾ, ਉਹ ਇਹ ਕਹਿੰਦੇ ਹਨ ਕਿ ਰਾਜਾ ਭੀਮ ਚੰਦ ਨਕੰਮਾ ਰਾਜਾ ਹੈ। ਔਰ ਇਸ ਕਰਕੇ ਵੀ ਨਕੰਮਾ ਹੈ ਕਿਉਂਕਿ ਇਹਨੇ ਆਪਣੀ ਰਿਆਸਤ ਵਿੱਚ ਰਹਿਣ ਵਾਲੇ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਵੈਰ ਰਚਿਆ, ਉਹਨਾਂ ਨਾਲ ਬਿਨਾਂ ਕਾਰਨ ਤੋਂ ਵਿਰੋਧ ਰੱਖਿਆ ਹੈ। ਰਾਜ ਤੇਜ ਸ਼ਸਤਰਨ ਬਲ ਤਿਆਗਾ। ਮਹਾਰਾਜ ਨੇ ਆਪਣੇ ਰਾਜ ਦਾ ਤੇਜ ਤੇ ਸ਼ਸਤਰਾਂ ਦਾ ਬਲ ਤਿਆਗ ਦਿੱਤਾ ਹੈ। ਮਹਾਰੰਕਤਾ ਕੇ ਮਗ ਲਾਗਾ। ਜਿਹੜਾ ਰੰਕਾਂ ਵਾਲਾ ਰਾਹ ਹੁੰਦਾ ਹੈ, ਬਹੁਤ ਜ਼ਿਆਦਾ ਨਿਮਾਣਿਆਂ ਤੇ ਰੰਕਾਂ ਭਿਖਾਰੀਆਂ ਵਾਲਾ ਰਾਹ ਹੁੰਦਾ ਹੈ, ਉਹ ਰਾਹ ਰਾਜੇ ਭੀਮ ਚੰਦ ਨੇ ਅਖਤਿਆਰ ਕਰ ਲਿਆ। ਤਸਕਰ ਸਮਸਰ ਕਰਕੇ ਪੰਮਾ। ਇਸ ਗੱਲ ਦਾ ਪ੍ਰਮਾਣ ਹੈ ਕਿ ਇਹਨੇ ਆਪਣੇ ਘਰ ਦਾ ਇੱਕ ਵਜ਼ੀਰ, ਪੰਮਾ ਵਜ਼ੀਰ, ਉਹਨੂੰ ਚੋਰ ਬਣਾ ਕੇ ਚੋਰਾਂ ਦੇ ਸਮਾਨ ਆਨੰਦਪੁਰ ਸਾਹਿਬ ਆਪ ਜੀ ਕੋਲ ਭੇਜਿਆ। ਚੂਨ ਤੇਨ ਲੈ ਗਇਓ ਕੁਕੰਮਾ। ਜਿਹੜਾ ਅੱਧੀ ਰਾਤ ਨੂੰ ਆਟੇ ਦੀ ਗਾਂ ਤੁਹਾਡੇ ਘਰ ਦੇ ਦਰਵਾਜ਼ੇ ਮੂਹਰੇ ਰੱਖ ਕੇ ਨਕੰਮਾ ਕੰਮ ਕਰਕੇ ਗਿਆ। ਇਦਾਂ ਦੀ ਨੀਚ ਹਰਕਤ ਰਾਜੇ ਭੀਮ ਚੰਦ ਨੇ ਕੀਤੀ ਤੇ ਕਰਵਾਈ ਹੈ। ਕਰੀ ਕੁਕਿਤਰਤ ਆਨ ਕੋ ਦੀਨ। ਮਹਾਰਾਜ ਵੇਖੋ ਕਿੱਡਾ ਕੋਝਾ ਕੰਮ ਕੀਤਾ ਵੀ ਇਹਨੇ ਗਾਂ ਦੀ ਕਸਮ ਪਾਈ, ਗਾਂ ਦਾ ਪ੍ਰਣ ਕੀਤਾ, ਆਪ ਜੀ ਦੇ ਕੋਲ ਗਾਂ ਦੀ ਆਣ ਪਾਈ। ਪੰਚਕ ਬਨ ਪਰ ਪੰਚ ਅਸਕੀਨ। ਔਰ ਠੱਗ ਬਣ ਕੇ ਇਦਾਂ ਦਾ ਪਰਪੰਚ ਕੀਤਾ। ਇਹਦੇ ਤੋਂ ਨੀਚ ਹਰਕਤ ਹੋਰ ਕਿਹੜੀ ਹੋ ਸਕਦੀ। ਮਹਾਰਾਜ ਭੀਮ ਚੰਦ ਇੰਨਾ ਜ਼ਿਆਦਾ ਨਿੱਗਰ ਗਿਆ, ਇੰਨਾ ਜ਼ਿਆਦਾ ਨੀਚ ਹੋ ਗਿਆ ਕਿ ਉਹਨੇ ਗਾਂ ਦਾ ਆਸਰਾ ਲਿਆ ਤੇ ਗਾਂ ਦਾ ਆਸਰਾ ਲੈ ਕੇ ਉਹਨੇ ਆਪ ਜੀ ਦੇ ਨਾਲ ਪਰਪੰਚ ਕੀਤਾ ਤੇ ਠੱਗੀ ਮਾਰਨ ਦਾ ਯਤਨ ਕੀਤਾ। ਮਹਾਪਰਾਜੈ ਕੋ ਇਹ ਲੱਛਣ। ਮਹਾਰਾਜ ਇਹ ਸਭ ਤੋਂ ਵੱਡੀ ਹਾਰ ਸੀ ਰਾਜੇ ਭੀਮ ਚੰਦ ਦੀ। ਉਹ ਤਾਂ ਉਦੋਂ ਹੀ ਹਾਰ ਗਿਆ ਸੀ ਜਦੋਂ ਮਹਾਰਾਜ ਜੀ ਉਹਨੇ ਆਪ ਜੀ ਦੇ ਘਰ ਦੇ ਮੂਹਰੇ ਗਾਂ ਆਟੇ ਦੀ ਬਣਾ ਕੇ ਉਹਦੀ ਆਣ ਪਾਈ ਸੀ। ਜੰਗ ਦੇ ਮੈਦਾਨ 'ਚੋਂ ਹਾਰ ਕੇ ਮੁੜਿਆ। ਮੈਂ ਤਾਂ ਇਹਨੂੰ ਹਾਰ ਨਹੀਂ ਮੰਨਦਾ, ਉਦੋਂ ਹੀ ਹਾਰਿਆ ਮੰਨਦਾ ਉਹਨੂੰ ਜਦੋਂ ਉਹਨੇ ਇਸ ਤਰ੍ਹਾਂ ਚੋਰਾਂ ਵਾਂਗੂ ਪੰਮੇ ਨੂੰ ਭੇਜਿਆ ਸੀ ਆਪ ਜੀ ਦੇ ਘਰ ਆਟੇ ਦੀ ਗਊ ਬਣਾ ਕੇ ਦੇ ਕੇ। ਹਸੈ ਤਿਕਾਰੇ ਸਕਲ ਵਿਚਛਨ। ਜਿਹੜੇ ਚੰਗੇ ਸਿਆਣੇ ਸੂਝਵਾਨ ਲੋਕ ਨੇ ਉਹ ਸਾਰੇ ਹੱਸਦੇ ਨੇ, ਉਹ ਇਹਨੂੰ ਤਰਕਾਰਾਂ ਪਾਉਂਦੇ ਆ ਭੀਮ ਚੰਦ ਨੂੰ। ਤੁਮ ਕੋ ਧੰਨ ਸੋ ਜਸ ਬਿਸਤਾਰਾ। ਔਰ ਸਤਿਗੁਰੂ ਜੀ ਤੁਹਾਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਨੇ ਕਿ ਸਤਿਗੁਰੂ ਜੀ ਧੰਨ ਨੇ ਜਿਹੜੇ ਧਰਮੀ ਨੇ,
ਜਿਨ੍ਹਾਂ ਨੇ ਇਸ ਦੀ ਗਊ ਦੀ ਪਾਈ ਹੋਈ ਆਣ ਨੂੰ, ਜਿਹੜੀ ਭਾਵੇਂ ਝੂਠੀ ਸੀ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤੀ। ਮਾਨ ਆਨ ਵੱਡ ਧਰਮ ਦਿਖਾਰਾ। ਆਪ ਜੀ ਨੇ ਕਿੱਡੇ ਵੱਡੇ ਧਰਮ ਦੀ ਪਾਲਣਾ ਕੀਤੀ ਹੈ ਕਿ ਤੁਸੀਂ ਗਊ ਤੇ ਗਰੀਬ ਦੇ ਰਾਖੇ ਹੋ। ਇਹ ਗਊਆਂ ਬਣ ਕੇ ਆਏ ਸੀ ਤੁਹਾਡੀ ਸ਼ਰਨ ਵਿੱਚ, ਤੇ ਤੁਸੀਂ ਇਹਨਾਂ ਦੀ ਰੱਖਿਆ ਕੀਤੀ ਔਰ ਆਪਣਾ ਵਸਦਾ ਹੋਇਆ ਨਗਰ ਸ੍ਰੀ ਅਨੰਦਪੁਰ ਸਾਹਿਬ ਤਿਆਗ ਦਿੱਤਾ। ਰਾਵਰ ਬਿਨਾ ਕੌਣ ਅਬ ਕਰੇ। ਮਹਾਰਾਜ, ਤੁਹਾਡੇ ਬਿਨਾ ਐਸੇ ਧਰਮ ਦੀ ਪਾਲਣਾ ਅੱਜ ਦੇ ਇਸ ਸਮੇਂ 'ਚ ਕਲਯੁਗ ਵਿੱਚ ਹੋਰ ਭਲਾ ਕੌਣ ਕਰ ਸਕਦਾ ਹੈ। ਰਿਪ ਕੇ ਕਏ ਆਨ ਕੋ ਤਰੇ। ਕਿ ਦੁਸ਼ਮਣ ਦੇ ਕਹਿਣ ਤੇ ਵੀ ਉਹਦੀ ਆਨ ਨੂੰ ਮੰਨ ਲਿਆ। ਏਡੇ ਵੱਡੇ ਧਰਮੀ ਹੋ ਕੇ ਆਪ ਜੀ ਜਗਤ ਵਿੱਚ ਜ਼ਾਹਰ ਹੋਏ ਹੋ, ਪ੍ਰਗਟ ਹੋਏ ਹੋ ਕਲਗੀਧਰ ਜੀ। ਆਪਣੋ ਨਗਰ ਵਿਸਾਲ ਬਸੰਤਾ। ਔਰ ਆਪਣਾ ਵਸਦਾ ਵਿਸ਼ਾਲ ਨਗਰ ਆਨੰਦਪੁਰ ਸਾਹਿਬ ਦੁਸ਼ਮਣ ਦੀਆਂ 3 ਲੱਖ ਫੌਜਾਂ ਆਉਣ ਦੇ ਬਾਵਜੂਦ ਵੀ ਆਪ ਜੀ ਨੇ ਨਹੀਂ ਛੱਡਿਆ। ਨਿਕਸੇ ਸਭ ਕਿਛ ਤਿਆਗ ਤੁਰੰਤਾ। ਪਰ ਇਹਨਾਂ ਨੇ ਜਦੋਂ ਆਣ ਪਾਈ ਗਊ ਦੀ, ਗਊਆਂ ਬਣ ਕੇ ਤੁਹਾਡੀ ਸ਼ਰਨ ਚ ਆਏ, ਤੁਸੀਂ ਆਪਣੇ ਧਰਮ ਦੀ ਪਾਲਣਾ ਕਰਦਿਆਂ ਬਿਨਾਂ ਕਿਸੇ ਯਤਨ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਤਿਆਗ ਕੇ ਆ ਗਏ। ਸੁਨ ਕਰ ਦਇਆ ਸਿੰਘ ਤਵ ਕਹਿਓ। ਜਦੋਂ ਰਾਜਾ ਵਿਸਾਲੀ ਇਹ ਗੱਲਾਂ ਕਰ ਰਿਹਾ ਸੀ, ਲਾਗੇ ਮਹਾਰਾਜ ਜੀ ਦੇ 5 ਪਿਆਰਿਆਂ ਵਿੱਚੋਂ ਮੁਖੀ ਜਥੇਦਾਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਬੋਲੇ, ਕਰਿਓ ਕੁਕਰਮ ਸਬਨਹੁ ਲਹਿਓ। ਪਿਆਰੇ ਭਾਈ ਦਇਆ ਸਿੰਘ ਜੀ ਬੋਲੇ, ਕਹਿਣ ਲੱਗੇ ਰਾਜਾ ਵਿਸਾਲੀ, ਜਿਹੜਾ ਕੁਕਰਮ ਰਾਜੇ ਭੀਮ ਚੰਦ ਨੇ ਕੀਤਾ ਹੈ, ਉਹਦੇ ਨਾਲ ਦੇ ਰਾਜਿਆਂ ਨੇ ਕੀਤਾ ਹੈ, ਉਹਦਾ ਇਹ ਕੁਕਰਮ ਸਾਰੇ ਜਗਤ ਵਿੱਚ ਜ਼ਾਹਰ ਹੈ, ਪ੍ਰਗਟ ਹੈ ਔਰ ਸਾਰੇ ਜਾਣਦੇ ਹਨ। ਵੱਡੇ ਪੁਰਖ ਕੂਰੇ ਕਰ ਮਾਰਤ। ਜਿਹੜੇ ਵੱਡੇ ਹੁੰਦੇ ਆ ਨਾ, ਵੱਡੇ, ਉਹ ਹਮੇਸ਼ਾ ਦੂਜੇ ਨੂੰ ਝੂਠਾ ਸਾਬਤ ਕਰਕੇ ਮਾਰਦੇ ਹਨ। ਵੱਡਿਆਂ ਦੀ ਵਡਿਆਈ ਇਸੇ ਵਿੱਚ ਹੈ ਕਿ ਉਹ ਕੂੜੇ ਕਰਕੇ, ਝੂਠੇ ਕਰਕੇ ਮਾਰਦੇ ਹਨ, ਤੇ ਭੀਮ ਚੰਦ ਨੂੰ ਸਤਿਗੁਰਾਂ ਨੇ ਝੂਠਾ ਕਰਕੇ ਮਾਰਿਆ ਹੈ। ਤਾਵਤ ਅਧਿਕ ਛਿਮਾ ਕਰ ਡਾਰਤ। ਪਰ ਵੱਡੇ ਇੰਨੀ ਵਡਿਆਈ ਦੇ ਮਾਲਕ ਨੇ ਕਿ ਉਹ ਫਿਰ ਵੀ ਛਿਮਾ ਹੀ ਕਰਦੇ ਨੇ, ਉਹ ਫਿਰ ਵੀ ਰਹਿਮ ਹੀ ਕਰਦੇ ਹਨ। ਮਹਾ ਦੁਸ਼ਟ ਸੁਖ ਸੋਨੇ ਬਸੇ। ਇਹ ਜਿਹੜੇ ਮਹਾ ਦੁਸ਼ਟ ਨੇ ਨਾ, ਭੀਮ ਚੰਦ ਵਰਗੇ ਗੁਰੂ ਘਰ ਨਾਲ ਵੈਰ ਰੱਖਣ ਵਾਲੇ, ਇਹ ਕਦੇ ਸੁਖ ਨਾਲ ਨਹੀਂ ਵਸਣਗੇ। ਹੇ ਰਾਜਾ ਵਿਸਾਲੀ, ਇਹ ਸੁਖੀ ਹੋ ਕੇ ਨਹੀਂ ਵਸਣਗੇ। ਪੰਥ ਖਾਲਸਾ ਸਿਰ ਪਰ ਲਸੈ। ਖਾਲਸਾ ਪੰਥ ਇਹਨਾਂ ਦੇ ਸਿਰ ਦੇ ਉੱਤੇ ਚਮਕੇਗਾ, ਖਾਲਸਾ ਪੰਥ ਇਹਨਾਂ ਦੇ ਸਿਰ ਤੇ ਰਾਜ ਕਰੇਗਾ, ਭਾਵ ਇਹਨਾਂ ਉੱਤੇ ਬਲੀ ਹੋਵੇਗਾ। ਜੇਕਰ ਸ਼ਰਨ ਪਰਤ ਸੋ ਆਏ। ਜੇਕਰ ਇਹ ਸ਼ਰਨ ਵਿੱਚ ਆ ਕੇ ਪੈ ਜਾਂਦੇ, ਸਤਿਗੁਰਾਂ ਦੀ ਪਨਾਹ ਵਿੱਚ ਆ ਜਾਂਦੇ, ਰਾਜ ਤੇਜ ਪ੍ਰਤਾਪ ਅਧਿਕਾਏ। ਤੇ ਇਹਨਾਂ ਦਾ ਰਾਜ ਭਾਗ ਤੇਜ ਵੱਧ ਕੇ ਹੋਰ ਜਗਤ ਵਿੱਚ ਪ੍ਰਗਟ ਹੁੰਦਾ। ਲੋਕ ਪਰਲੋਕ ਸੁਖੀ ਨਿਤ ਰਹਿਤ। ਇਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਹੀ ਸੁਖੀ ਹੋ ਜਾਂਦੇ ਜੇ ਸਤਿਗੁਰਾਂ ਦੀ ਸ਼ਰਨ ਚ ਆ ਜਾਂਦੇ। ਸਕਲ ਜਗਤ ਮੈਂ ਜਸ ਕੋ ਲਹਿਤ। ਸਾਰੇ ਸੰਸਾਰ ਵਿੱਚ ਇਹਨਾਂ ਦਾ ਜਸ ਹੁੰਦਾ, ਇਹਨਾਂ ਦੀ ਸੋਭਾ ਤੇ ਵਡਿਆਈ ਹੁੰਦੀ। ਬੋਲੇ ਕਲਗੀ ਧਰ ਮੁਸਕਾਵਤ। ਲਾਗੇ ਕਲਗੀਧਰ ਪਾਤਸ਼ਾਹ ਬੈਠੇ, ਮੁਸਕਰਾ ਕੇ ਬੋਲੇ, ਕਹਿਣ ਲੱਗੇ, ਇਹ ਨਿਰਭਾਗ ਨਹੀਂ ਕੁਛ ਪਾਵਤ। ਮਹਾਰਾਜ ਜੀ ਕਹਿੰਦੇ, ਨਿਭਾਗੇ ਨੇ ਭੀਮ ਚੰਦ ਵਰਗੇ ਪਹਾੜੀ ਰਾਜੇ, ਇਹ ਨਿਭਾਗੇ ਨੇ, ਇਹਨਾਂ ਨੂੰ ਨਹੀਂ ਜੇ ਕੁਝ ਮਿਲਣਾ, ਇਹਨਾਂ ਦੇ ਭਾਗਾਂ 'ਚ ਨਹੀਂ ਹੈ ਕੁਝ। ਨਿਭਾਗਿਆਂ ਨੂੰ ਭਾਗਾਂ ਬਿਨਾਂ ਇਹਨਾਂ ਨੂੰ ਕੀ ਪ੍ਰਾਪਤ ਹੋਣਾ, ਮੰਦ ਕਰਮਿਆਂ ਨੂੰ। ਪੰਥ ਖਾਲਸਾ ਹਮਿ ਉਪਜਾਇਓ। ਅਸੀਂ ਜਿਹੜਾ ਖਾਲਸਾ ਪੰਥ ਪੈਦਾ ਕੀਤਾ, ਕਲਗੀਧਰ ਬੋਲ ਕੇ ਕਹਿ ਰਹੇ ਨੇ ਬਚਨ ਗਰਜਵੀਂ ਆਵਾਜ਼ ਵਿੱਚ, ਅਸੀਂ ਜੋ ਖਾਲਸਾ ਪੰਥ ਉਪਜਾਇਆ ਹੈ, ਪੈਦਾ ਕੀਤਾ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ। ਰਾਜ ਤੇਜ ਨਿਤ ਵਧੇ ਸਵਾਇਓ। ਸਾਡੇ ਖਾਲਸੇ ਦਾ ਰਾਜ ਤੇਜ ਪ੍ਰਤਾਪ ਸਵਾਇਆ ਹੋ ਕੇ, ਯਾਨੀ ਕਿ ਬਹੁਤਾ ਹੋ ਕੇ ਦਿਨ ਪ੍ਰਤੀ ਦਿਨ ਵਧੇਗਾ। ਸਕਲ ਸੈਲਪਤੀ ਕੋ ਦੁਖਦਾਈ। ਆ ਜਿੰਨੇ ਪਹਾੜੀਏ ਨੇ, ਇਹ ਸਾਰੇ ਦੁਖੀ ਹੋਣਗੇ ਮੇਰੇ ਖਾਲਸੇ ਦੇ ਰਾਜ ਵਿੱਚ, ਭਾਵ
ਇਹਨਾਂ ਦੇ ਰਾਜ ਭਾਗ ਨੂੰ ਮੇਰੇ ਖਾਲਸੇ ਨੇ ਖੋਹ ਲੈਣਾ ਹੈ। ਤ੍ਰਸਤ ਹੋਏ ਪਰ ਹੈ ਸ਼ਰਨਾਈ। ਇਹ ਡਰ ਕੇ ਭੈ ਭੀਤ ਹੋ ਕੇ ਮੇਰੇ ਖਾਲਸੇ ਦੀ ਸ਼ਰਨ ਚ ਆਉਣਗੇ, ਮੇਰੇ ਪੰਥ ਦੀ ਸ਼ਰਨ ਵਿੱਚ ਆਉਣਗੇ। ਛੀਨੇ ਦੇਸ਼ ਕਹਿਲੇ ਹੈ ਦੰਡ। ਇਹਨਾਂ ਕੋਲੋਂ ਜਾਂ ਇਹਨਾਂ ਦਾ ਦੇਸ਼ ਖੋਹ ਲੈਣਗੇ ਤੇ ਜਾਂ ਫਿਰ ਮੇਰਾ ਖਾਲਸਾ ਇਹਨਾਂ ਕੋਲੋਂ ਹਾਲਾ ਲਿਆ ਕਰੇਗਾ। ਇਹਨਾਂ ਨੂੰ ਆਪਣੇ ਮਤਹਿਤ ਕਰਕੇ, ਆਪਣੇ ਅਧੀਨ ਕਰਕੇ ਇਹਨਾਂ ਕੋਲੋਂ ਹਾਲਾ ਲਿਆ ਕਰੇਗਾ, ਟੈਕਸ ਲਿਆ ਕਰੇਗਾ ਮੇਰਾ ਖਾਲਸਾ। ਜੇਕਰ ਲੜੇ ਹੋਏ ਖੰਡ ਖੰਡ। ਤੇ ਜੇਕਰ ਮੇਰੇ ਖਾਲਸੇ ਦੇ ਸਨਮੁਖ ਆ ਕੇ ਲੜਨਗੇ ਤੇ ਫਿਰ ਟੁਕੜੇ ਟੁਕੜੇ ਹੋ ਜਾਣਗੇ। ਕੀਤਕ ਬਰਖਨ ਮੈਂ ਇੱਕ ਸਿੱਖ। ਮਹਾਰਾਜ ਜੀ ਕਹਿੰਦੇ ਸਾਡੇ ਤੋਂ ਕੁਝ ਸਾਲ ਬਾਅਦ ਸਾਡਾ ਇੱਕ ਮਹਾਨ ਸਿੱਖ ਹੋਵੇਗਾ। ਪਰੇ ਸਬਨ ਪਰ ਕਥਾ ਭਵਿੱਖ। ਉਹ ਭਵਿੱਖ ਵਿੱਚ ਪ੍ਰਗਟ ਹੋਵੇਗਾ, ਉਹ ਇਹਨਾਂ ਸਾਰਿਆਂ ਤੇ ਬਲੀ ਹੋਵੇਗਾ। ਮਹਾਰਾਜ ਜੀ ਇਸ਼ਾਰਾ ਕਰ ਰਹੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ। ਕਲਗੀਧਰ ਕਹਿੰਦੇ ਸਾਡਾ ਇੱਕ ਮਹਾਨ ਬਲੀ ਸਿੱਖ ਹੋਵੇਗਾ, ਜਿਹੜਾ ਇਹਨਾਂ ਸਾਰੇ ਪਹਾੜੀਆਂ ਤੇ ਸਾਰੀਆਂ ਰਿਆਸਤਾਂ ਉੱਤੇ ਬਲੀ ਹੋਵੇਗਾ। ਮੇਰੇ ਸਾਹਿਬ ਕਲਗੀਧਰ ਦੇ ਬਚਨ ਸਫਲੇ ਹੋਏ, ਭਵਿੱਖਤ ਬਚਨ ਸਨ ਸਤਿਗੁਰਾਂ ਦੇ। ਮਹਾਰਾਜ ਜੀ ਦੇ ਬਚਨ ਸਾਰਥਕ ਹੋਏ, ਸਫਲੇ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ। ਇਹੋ ਜਿਹਾ ਰਾਜ ਜਿਸ ਰਾਜ ਦਾ ਸਾਨੀ ਦੁਨੀਆ 'ਚ ਕੋਈ ਰਾਜ ਨਹੀਂ। ਇਹ ਸਿੱਖਾਂ ਦਾ 40 ਬਰਸ ਦਾ ਰਾਜ ਉਹ ਰਾਜ ਹੈ ਜਿਹਦੇ ਵਿੱਚ ਖਾਲਸੇ ਨੇ ਖੂਬ ਤਰੱਕੀਆਂ ਕੀਤੀਆਂ। ਜਿਸ ਵੇਲੇ ਸ਼ੇਰੇ ਪੰਜਾਬ ਜੀ ਸੰਸਕਾਰ ਦੇ ਵਿੱਚ ਅਗਨ ਭੇਟ ਕੀਤੇ ਜਾ ਰਹੇ, ਅੰਗੀਠਾ ਪ੍ਰਚੰਡ ਹੋ ਕੇ ਬਲ ਰਿਹਾ ਸੀ ਤੇ ਇੱਕ ਕਵੀ ਨੇ ਵੇਖ ਕੇ ਆਖਿਆ ਸੀ ਕਿ ਅੱਜ ਕੱਲਾ ਸ਼ੇਰ ਨਹੀਂ ਸੜਿਆ, ਚਿਖਾ ਅੰਦਰ ਸੜ ਗਈ ਏ ਤਕਦੀਰ ਪੰਜਾਬੀਆਂ ਦੀ। ਅੱਜ ਸ਼ੇਰੇ ਪੰਜਾਬ ਨਹੀਂ ਪਿਆ ਸੜਦਾ, ਤਕਰੀਬਨ ਪੰਜਾਬ ਦੇ ਲੋਕਾਂ ਦੇ, ਪੰਜਾਬੀਆਂ ਦੀ ਤਕਦੀਰ ਵੀ ਨਾਲ ਸੜ ਰਹੀ ਹੈ। ਮੁੜ ਉਹੋ ਜਿਹਾ ਰਾਜ ਕਦੇ ਨਹੀਂ ਹੋਇਆ। ਭਾਵੇਂ ਕਿਹਾ ਜਾਂਦਾ ਕਿ ਜੀ ਅਸੀਂ ਉਸੇ ਰਾਜ ਵਰਗਾ ਰਾਜ ਕਰਨਾ ਹੈ, ਪਰ ਉਸ ਰਾਜ ਦੇ ਸਮਾਨ ਤਾਂ ਕੋਈ ਰਾਜ ਹੋ ਹੀ ਨਹੀਂ ਸਕਿਆ। ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਰਾਜਕਾਲ ਖਾਲਸੇ ਦਾ ਰਾਜ ਭਾਗ ਸੀ। ਉਸ ਰਾਜ ਦਾ ਸਾਨੀ ਵਿਦੇਸ਼ਾਂ ਦੇ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਨੇ। ਕਲਗੀਧਰ ਕਹਿ ਰਹੇ ਨੇ, ਕਹਿੰਦੇ ਸਾਡਾ ਇੱਕ ਸਿੱਖ ਹੋਵੇਗਾ ਆਉਣ ਵਾਲੇ ਸਮੇਂ ਵਿੱਚ, ਜਿਹੜਾ ਇਹਨਾਂ ਸਾਰਿਆਂ ਤੇ ਭਾਰੂ ਹੋਵੇਗਾ, ਇਹਨਾਂ ਸਾਰਿਆਂ ਨੂੰ ਆਪਣੇ ਜ਼ੇਰ ਅਧੀਨ ਕਰੇਗਾ। ਤੁਰਕਨ ਸਹਿਤ ਸੈਲਪਤੀ ਸਾਰੇ। ਇਹਨਾਂ ਤੁਰਕਾਂ ਦੇ ਸਮੇਤ ਜਿੰਨੇ ਸੈਲਪਤੀ ਪਹਾੜੀਏ ਰਾਜੇ ਹਨ, ਕੋ ਬਚੇ ਜਾਏ ਤਬ ਮਾਰੇ। ਇਹਨਾਂ ਚੋਂ ਕੋਈ ਕੋਈ ਬਚੇਗਾ, ਬਾਕੀ ਸਾਰੇ ਮਾਰੇ ਜਾਣਗੇ। ਦੇਸ਼ ਉਜਾਰੇ ਧੂਮ ਉਠਾਵੇ। ਇਹਨਾਂ ਦੇ ਸਾਰੇ ਦੇਸ਼ ਉਜਾੜ ਦਿੱਤੇ ਜਾਣਗੇ, ਤਹਿਸ ਨਹਿਸ ਕਰ ਦਿੱਤੇ ਜਾਣਗੇ। ਲੂਟ ਕੂਟ ਕਰ ਸਭਨ ਤਰਸਾਵੇ। ਇਹਨਾਂ ਨੂੰ ਲੁੱਟ ਕੁੱਟ ਕੇ ਵੱਡਿਆਂ ਵੱਡਿਆਂ ਰਾਜਿਆਂ ਨੂੰ ਮੇਰਾ ਖਾਲਸਾ ਤਰਸਤ ਕਰੇਗਾ, ਭੈ ਭੀਤ ਕਰੇਗਾ। ਅਬ ਤੋ ਹਮਨੇ ਖੇਲ ਪਸਾਰੀ। ਮਹਾਰਾਜ ਜੀ ਕਹਿੰਦੇ ਹਾਲੇ ਤਾਂ ਅਸੀਂ ਇਹ ਖੇਡ ਸ਼ੁਰੂ ਕੀਤੀ ਹੈ। ਪਾਤਸ਼ਾਹ ਕਹਿੰਦੇ ਆ ਵੀ ਹਾਲੇ ਤਾਂ ਅਸੀਂ ਇਹ ਖੇਡ ਸ਼ੁਰੂ ਕੀਤੀ ਹੈ। ਸਿੱਖੇ ਪੰਥ ਕਰਨ ਰਣ ਪਾਰੀ। ਹਾਲੇ ਤਾਂ ਮੇਰਾ ਖਾਲਸਾ ਬਾਲਕ ਹੈ, ਹਾਲੇ ਤਾਂ ਪੈਦਾ ਹੋਇਆ, ਹਾਲੇ ਤਾਂ ਸਿੱਖਦਾ ਹੈ ਜੰਗ ਯੁੱਧ ਕਰਨੇ, ਹਾਲੇ ਤਾਂ ਟ੍ਰੇਨਿੰਗ ਹੋ ਰਹੀ ਆ ਮੇਰੇ ਖਾਲਸੇ ਦੀ। ਮੇਰਾ ਖਾਲਸਾ ਹਾਲੇ ਬਾਲ ਰੂਪ ਵਿੱਚ ਹੈ, ਹਾਲੇ ਤਾਂ ਇਹ ਸਿੱਖਿਆ ਕਰਕੇ ਸਿੱਖ ਰਿਹਾ, ਹਾਲੇ ਤਾਂ ਇਹ ਪ੍ਰਚੰਡ ਹੋਣਾ ਹੈ ਆਉਣ ਵਾਲੇ ਸਮੇਂ 'ਚ। ਹਾਲੇ ਤਾਂ ਜਿਹੜੇ ਜੰਗ ਹੋ ਰਹੇ ਨੇ, ਮਹਾਰਾਜ ਜੀ ਕਹਿੰਦੇ ਇਹ ਜੰਗ ਯੁੱਧ ਤਾਂ ਮੇਰੇ ਖਾਲਸੇ ਵਾਸਤੇ ਟ੍ਰੇਨਿੰਗ ਹੋ ਰਹੀ ਹੈ। ਸ਼ਰਨ ਪਰੇ ਨਿਤ ਹੋਏ ਉਭਾਰਨ। ਹਾਲੇ ਤਾਂ ਸਿੱਖਦਾ ਹੈ ਮੇਰਾ ਖਾਲਸਾ, ਆਉਣ ਵਾਲੇ ਸਮੇਂ 'ਚ ਮੇਰਾ ਖਾਲਸਾ ਇਤਨਾ ਸਖਸ਼ਮ ਬਲੀ ਹੋਵੇਗਾ ਕਿ ਇਹ ਜਿੰਨੇ ਵੀ ਨੇ ਜਿਹੜੇ ਸ਼ਰਨ ਚ ਆਉਣਗੇ ਖਾਲਸੇ ਦੇ, ਉਹੀ ਬਚਣਗੇ। ਜਿਹੜੇ ਖਾਲਸੇ ਦੀ ਪਨਾਹ ਵਿੱਚ ਸ਼ਰਨ ਚ ਆਉਣਗੇ ਉਹ ਬਚਣਗੇ। ਮਹਾਰਾਜ ਜੀ ਨੇ ਜ਼ਫਰਨਾਮਾ ਲਿਖ ਕੇ ਭੇਜਿਆ ਔਰੰਗੇ ਨੂੰ, ਆਖਿਆ ਔਰੰਗਿਆ ਮਤਾ ਤੂੰ ਆਖੇ
ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਪੁੱਤਰਾਂ ਨੂੰ ਮਾਰ ਕੇ ਮੈਂ ਅੱਗ ਬੁਝਾ ਦਿੱਤੀ ਹੈ। ਹਾਲੇ ਤਾਂ ਮਹਾਰਾਜ ਜੀ ਕਹਿੰਦੇ ਅੱਗ ਦਾ ਹਾਲੇ ਛੋਟਾ ਜਿਹਾ ਸਵਰੂਪ ਹੈ, ਹਾਲੇ ਤਾਂ ਤੇਰੇ ਪੈਰਾਂ ਥੱਲੇ ਮੈਂ ਅੱਗ ਦੇ ਭਾਂਬੜ ਮਚਾਉਣੇ ਨੇ, ਭਾਂਬੜ। ਹਾਲੇ ਤਾਂ ਚੰਗਿਆੜੀ ਸੁਲਖੀ ਹੈ ਤੇ ਤੂੰ ਕਹਿਣਾ ਮੈਂ ਬੁਝਾ ਦਿੱਤੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ, ਖਾਲਸੇ ਵਿੱਚ ਬਚਨ ਕਰ ਰਹੇ ਨੇ, ਰਾਏ ਵਿਸਾਲੀ ਨੂੰ ਸੁਣਾ ਰਹੇ ਨੇ, ਸਾਰੇ ਸਿੰਘਾਂ ਨੂੰ ਸੁਣਾ ਰਹੇ ਨੇ। ਕਹਿੰਦੇ ਹਾਲੇ ਤਾਂ ਇਹ ਸਾਡਾ ਖਾਲਸਾ ਖੇਡ ਰਿਹਾ, ਭਾਵ ਹਾਲੇ ਕਹੇ ਸਿੱਖਿਆ ਲੈ ਰਿਹਾ। ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਬਲੀ ਹੋਵੇਗਾ ਕਿ ਜਿਹੜਾ ਇਸ ਖਾਲਸੇ ਦੀ ਸ਼ਰਨ ਆਵੇਗਾ ਉਹੀ ਬਚੇਗਾ। ਨਾਹੀਂ ਤਾਂ ਸੈਤ ਬਾਂਸੋਏ ਮਾਰਨ, ਨਹੀਂ ਤਾਂ ਇਹ ਰਾਜੇ ਆਪਣੇ ਵੰਸ਼ਾਂ ਦੇ ਸਮੇਤ ਮਾਰੇ ਜਾਣਗੇ। ਇਹ ਭਾਲਿਆ ਨਹੀਂ ਥਿਆਣੇ, ਇਹ ਲੱਭਿਆ ਨਹੀਂ ਲੱਭਣੇ ਵੱਡੇ ਵੱਡੇ ਰਾਜੇ ਕਹਾਉਣ ਵਾਲੇ। ਏਕ ਸਹੰਸਰ ਕੋਸ ਜਿਨ ਰਾਜ, ਅੱਜ ਇਹਨਾਂ ਦਾ 1000 ਕੋਹ ਤੱਕ ਰਾਜ ਹੈ। ਚੱਕਰਵਰਤੀ ਕੋ ਸਿਰ ਪਰ ਤਾਜ, ਤੇ ਚੱਕਰਵਰਤੀ ਰਾਜ ਦਾ ਤਖਤ ਜਿਨ੍ਹਾਂ ਦੇ ਸਿਰ ਉੱਤੇ ਝੂਲਦਾ। ਹਮ ਤਿਸ ਕੀ ਜਰ ਕਰੇ ਉਖਾਰਣ, ਅਸੀਂ ਉਹਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ। ਇਸ਼ਾਰਾ ਔਰੰਗੇ ਵੱਲ ਹੋ ਰਿਹਾ, ਅਸੀਂ ਉਹਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣੀਆਂ ਰਾਜ ਭਾਗ ਦੀਆਂ। ਰਾਜ ਤੇਜ ਬਿਨ ਸੈਸ ਵੱਡ ਦਾਰੁਨ, ਇਹਦਾ ਜਿਹੜਾ ਇਹ ਰਾਜ ਤੇਜ ਹੈ ਬੜੇ ਭਿਆਨਕ ਰੂਪ ਦੇ ਵਿੱਚ ਬਿਨਸੇਗਾ। ਸੈਲਪਤੀ ਗਿਣਤੀ ਕਿਸ ਬਿਖੈ, ਆ ਪਹਾੜੀ ਰਾਜੇ ਤਾਂ ਨਾ 3 ਵਿੱਚ ਨਾ 13 ਵਿੱਚ। ਅਸੀਂ ਤਾਂ ਉਹਦੀਆਂ ਜੜ੍ਹਾਂ ਪੁੱਟਣੀਆਂ ਨੇ ਜਿਹਦਾ 1000 ਕੋਹ ਵਿੱਚ ਰਾਜ ਹੈ, ਔਰੰਗਜ਼ੇਬ ਬਾਦਸ਼ਾਹ ਦਾ। ਤੇ ਆ ਜਿਹੜੇ ਪਹਾੜੀ ਰਾਜੇ ਨੇ ਇੱਕਾ ਦੁੱਕਾ, ਇਹ ਕੀ ਚੀਜ਼ ਨੇ? ਇਹ ਤਾਂ ਇਹਨਾਂ ਦਾ ਤਾਂ ਕੋਈ ਰਾਜ ਹੈ ਹੀ ਨਹੀਂ, ਤਾਂ ਕੋਈ ਮਾਇਨੇ ਹੀ ਨਹੀਂ ਰੱਖਦੇ। ਅਬ ਤੋ ਪੰਥ ਲੜਨ ਹੀ ਸਿੱਖੈ, ਹਾਲੇ ਤਾਂ ਸਾਡਾ ਪੰਥ ਲੜਨਾ ਸਿੱਖ ਰਿਹਾ, ਹਾਲੇ ਲੜਾਈ ਕੀਤੀ ਨਹੀਂ। ਜਦੋਂ ਲੜਾਈ ਕਰੇਗਾ ਖਾਲਸਾ, ਉਦੋਂ ਤਾਂ ਜ਼ਮਰੋਦ ਦੀਆਂ ਕਿਲੇ ਦੀਆਂ ਕੰਧਾਂ ਵੀ ਹੱਲਿਆ ਕਰਨਗੀਆਂ। ਕਾਬਲ ਕੰਧਾਰ ਤੱਕ ਵਿੱਚ ਬੈਠੇ ਅਫਗਾਨੀ ਕੰਬਿਆ ਕਰਨਗੇ। ਕਹਿੰਦੇ ਹਾਲੇ ਤਾਂ ਮੇਰਾ ਖਾਲਸਾ ਜੰਗ ਕਰਨਾ ਸਿੱਖ ਹੀ ਰਿਹਾ, ਤੇ ਸਿੱਖਦਿਆਂ ਹੀ ਹਾਲੇ ਇਹਨਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ। ਜਦੋਂ ਜੰਗ ਕਰਨ ਲੱਗ ਪਿਆ ਖਾਲਸਾ, ਫਿਰ ਕੀ ਇਹਨਾਂ ਦਾ ਬਣੇਗਾ, ਕੀ ਹੋਵੇਗਾ? ਇਮ ਸੁਨ ਰਾਵ ਹਰਖ ਚਿਤ ਪਇਓ, ਜਦੋਂ ਮੇਰੇ ਸਾਹਿਬ ਨੇ ਬਚਨ ਕਹੇ ਸੁਣ ਕੇ ਸਾਰੇ ਬੜੇ ਪ੍ਰਸੰਨ ਹੋਏ। ਰਾਜਾ ਵਿਸਾਲੀ ਵੀ ਬੜਾ ਖੁਸ਼ ਹੋਇਆ। ਬੈਠ ਕਿਤਕ ਚਿਰ ਘਰ ਉੱਠ ਗਇਓ, ਕੁਝ ਸਮਾਂ ਮਹਾਰਾਜ ਜੀ ਕੋਲ ਬਹਿ ਕੇ ਬਚਨ ਬਿਲਾਸ ਸੁਣ ਕੇ ਇਹ ਆਪਣੇ ਮਹਿਲ ਨੂੰ ਚਲਾ ਗਿਆ ਜਿੱਥੇ ਦਾ ਆਸਣ ਹੈ। ਹਿਰਦੇ ਸਰਾਹਤ ਗੁਰ ਵੱਡ ਤੇਜ, ਔਰ ਆਪਣੇ ਹਿਰਦੇ 'ਚ ਸਤਿਗੁਰਾਂ ਦੇ ਵੱਡੇ ਤੇਜ ਨੂੰ ਸਲਾਹੁੰਦਾ ਉਪਮਾ ਕਰਦਾ ਹੈ। ਕੋ ਇਨਕੇ ਸਮ ਮਹਾ ਮਜੇਜ, ਕਹਿੰਦਾ ਕੌਣ ਹੈ ਇਹਨਾਂ ਦੇ ਸਮਾਨ, ਇਹਨਾਂ ਜੈਸਾ ਮਿਜ਼ਾਜ ਭਲਾ ਕਿਸ ਦਾ ਹੋ ਸਕਦਾ ਹੈ। ਚਾਵਰ ਚੂਨ ਪੈਤ ਕ੍ਰਿਤ ਆਛੇ, ਚਾਵਲ, ਖੰਡ, ਆਟਾ, ਇਹਦੇ ਤੋਂ ਇਲਾਵਾ ਘਿਓ ਆਦਿਕ ਜੋ ਰਸਤਾਂ ਬਸਤਾਂ ਚਾਹੀਦੀਆਂ ਨੇ ਲੰਗਰਾਂ ਲਈ, ਪਹੁੰਚਾਵਤ ਜੇਤ ਕੋਏ ਬਾਛੇ, ਜਿੰਨੀ ਲੋੜ ਹੈ ਲੰਗਰਾਂ ਵਿੱਚ ਓਨੀਆਂ ਵਸਤੂਆਂ ਰਾਜਾ ਵਿਸਾਲੀ ਪਹੁੰਚਦਾ ਕਰਦਾ ਹੈ। ਰਸਤਾਂ ਬਸਤਾਂ ਗੁਰੂ ਕੇ ਲੰਗਰਾਂ ਵਿੱਚ ਹਾਜ਼ਰ ਕਰਦਾ ਹੈ। ਇਹ ਭਾਵਨਾ ਰਹੀ ਆ ਗੁਰਸਿੱਖਾਂ ਦੇ ਅੰਦਰ ਕਿ ਰਸਤਾਂ ਬਸਤਾਂ ਗੁਰੂ ਕੇ ਲੰਗਰਾਂ ਵਿੱਚ ਅਰਪਣ ਕਰਦੀਆਂ, ਕਿ ਮਹਾਰਾਜ ਜੀ ਦੇ ਲੰਗਰ ਸੋਹਣੇ ਸਜਦੇ ਰਹਿਣ। ਗੁਰੂ ਕੇ ਲੰਗਰਾਂ 'ਚ ਕਦੇ ਕਿਸੇ ਪ੍ਰਕਾਰ ਦਾ ਤੋਟਾ ਨਾ ਆਵੇ। ਜਿੱਥੇ ਆ ਕੇ ਅਨੇਕਾਂ ਅਭਿਆਗਤਾਂ ਨੂੰ, ਭੁੱਖਿਆਂ ਨੂੰ ਪੇਟ ਭਰ ਭੋਜਨ ਛਕਣ ਨੂੰ ਪ੍ਰਾਪਤ ਹੁੰਦਾ ਹੈ, ਉੱਥੇ ਬਹੁਤ ਸਾਰੇ ਗੁਰਸਿੱਖ ਅਨੇਕ ਪ੍ਰਕਾਰ ਦੀਆਂ ਰਸਤਾਂ ਪਸਤਾਂ ਲੰਗਰ ਵਿੱਚ ਭੇਟਾ ਕਰਦੇ ਹਨ। ਤੋ ਰਾਜੇ ਵਿਸਾਲੀ ਨੇ ਖੰਡ, ਘਿਓ, ਚਾਵਲ, ਇਹਦੇ ਤੋਂ ਇਲਾਵਾ ਦੁੱਧ, ਦਹੀਂ, ਹੋਰ ਜਿਹੜੀਆਂ ਰਸਤਾਂ ਬਸਤਾਂ ਲੰਗਰ ਵਿੱਚ ਲੱਗਦੀਆਂ ਸਬਜ਼ੀਆਂ, ਭਾਜੀਆਂ, ਦਾਲਾਂ, ਉਹ ਮਹਾਰਾਜ ਜੀ ਦੇ ਲੰਗਰਾਂ ਵਿੱਚ ਭੇਟ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਤ੍ਰਿਣਕਾ ਛਟਕੀ ਸਗਰੀ ਸੇਵਾ, ਫਿਰ ਘੋੜਿਆਂ ਵਾਸਤੇ ਘਾਹ ਪੱਠੇ ਦੀ ਸੇਵਾ, ਲੰਗਰਾਂ ਵਾਸਤੇ ਬਾਲਣ ਵੀ ਚਾਹੀਦਾ।
ਇਸ ਕਰਕੇ ਬਹੁਤ ਸਾਰਾ ਬਾਲਣ ਲੱਕੜਾਂ ਆਦਿਕ ਵੀ ਭੇਟ ਕੀਤੀਆਂ ਹਨ। ਕਰਤ ਪ੍ਰਸੰਨ ਹੇਤ ਗੁਰ ਦੇਵਾ। ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਰਾਜਾ ਵਿਸਾਲੀ ਇਹ ਸਾਰੀਆਂ ਸੇਵਾਵਾਂ ਕਰਦਾ ਹੈ। ਦੋਇ ਤ੍ਰੈ ਬਾਸੁਰ ਜਬੇ ਬਿਤਾਏ। ਇਸੇ ਤਰ੍ਹਾਂ ਜਦੋਂ 2-3 ਦਿਨ ਬਤੀਤ ਹੋ ਗਏ, ਪੁਨ ਰਣਜੀਤ ਨਗਾਰਾ ਵਾਏ। ਪਾਤਸ਼ਾਹ ਜੀ ਦੇ ਖਾਲਸੇ ਨੇ ਰਣਜੀਤ ਨਗਾਰੇ ਤੇ ਮਹਾਰਾਜ ਜੀ ਨੇ ਚੋਭਾਂ ਲਵਾਈਆਂ। ਕਰ ਅਖੀਰ ਕੋ ਵਹਿਰ ਬਹਾਨਾ। ਸ਼ਿਕਾਰ ਖੇਡਣ ਵਾਸਤੇ ਬਾਹਰ ਨੂੰ ਗਏ। ਪਏ ਅਰੂਡਨ ਗੁਰ ਭਗਵਾਨਾ। ਸਤਿਗੁਰੂ ਬਾਜਾਂ ਵਾਲੇ ਸੁਆਮੀ ਜੀ ਘੋੜੇ ਤੇ ਸਵਾਰ ਹੋਏ, ਨਗਾਰੇ ਤੇ ਚੋਭਾਂ ਵੱਜੀਆਂ ਤੇ ਸ਼ਿਕਾਰ ਖੇਡਣ ਦੇ ਬਹਾਨੇ ਗਏ। ਉਤਰ ਉਰਾਰ ਨਦੀ ਤੇ ਆਏ। ਮਹਾਰਾਜ ਜੀ ਸਤਲੁਜ ਦਰਿਆ ਦੇ ਉਰਲੇ ਹੀ ਪਾਸੇ ਉਤਰ ਕੇ ਆਏ। ਵਿਚਰਤ ਬਨ ਕੇ ਤਕ ਮ੍ਰਿਗ ਕਾਏ। ਵਨ ਵਿੱਚ ਜੰਗਲ 'ਚ ਫਿਰਦਿਆਂ ਬਹੁਤ ਸਾਰੇ ਜਾਨਵਰ ਹਿਰਨਾਂ ਦਾ ਸ਼ਿਕਾਰ ਖੇਡਿਆ, ਜੰਗਲੀ ਪਾੜੇ ਸੂਰ ਮਾਰੇ। ਤੁਰਕ ਪਰਾਜੈ ਪਾਏ ਬਿਸਾਲਾ। ਉਧਰ ਜਿਹੜੇ ਤੁਰਕ ਸਨ ਜੰਗ ਦੇ ਮੈਦਾਨ 'ਚ ਹਾਰ ਕੇ ਵਜੀਦੇ ਦੇ ਸਮੇਤ ਮੁੜੇ ਹਨ। ਪਛਤਾਪ ਕਰਤ ਪੁਰ ਚਾਲਾ। ਮਨ 'ਚ ਪਛਤਾਪ ਕਰਦਿਆਂ ਵਜੀਦਾ ਆਪਣੇ ਨਗਰ ਸਰਹੰਦ ਗੁਰੂ ਮਾਰੀ ਸਰਹੰਦ ਵੱਲ ਟੁਰਿਆ ਜਾ ਰਿਹਾ ਹੈ। ਸੁਪਟ ਹਜ਼ਾਰੋਂ ਕਰ ਮਰਵਾਵਨ। ਸੋਚਦਾ ਮੈਂ ਹਜ਼ਾਰਾਂ ਸੂਰਮੇ ਬਿਨਾਂ ਗੱਲ ਤੋਂ ਜੰਗ ਦੇ ਮੈਦਾਨ 'ਚ ਮਰਵਾ ਕੇ ਆ ਗਿਆ, ਨਾ ਕੁਝ ਪੱਲੇ ਆਇਆ ਨਾ ਕੁਝ ਮਿਲਿਆ। ਨੈ ਗੁਰ ਗਇਓ ਕੋ ਕਾਵਨ। ਨਾ ਗੁਰੂ ਜੀ ਫੜੇ ਗਏ ਨੇ, ਨਾ ਮੈਂ ਉਹਨਾਂ ਨੂੰ ਮਾਰ ਸਕਿਆ ਹਾਂ। ਜਮੂ ਮਾਰ ਨਦ ਪਾਰ ਉਤਰੇਗਾ। ਸਾਡੀਆਂ ਫੌਜਾਂ ਨੂੰ ਮਾਰ ਕੇ ਉਹ ਤਾਂ ਦਰਿਆ ਪਾਰ ਕਰਕੇ ਚਲੇ ਗਏ। ਇੱਕ ਸੰਬੰਧੀ ਤੁਰਕ ਸੁਮਰਗਾ। ਵਜ਼ੀਰ ਖਾਨ ਦਾ ਇੱਕ ਖਾਸ ਰਿਸ਼ਤੇਦਾਰ ਸੀ, ਕੋਈ ਬਹੁਤ ਨੇੜੇ ਦਾ ਸੰਬੰਧੀ, ਉਹ ਵੀ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਕਲਗੀਧਰ ਦੇ ਤੀਰ ਨਾਲ। ਇਮ ਪਛਤਾਵਤ ਗਇਓ ਸਿਰੰਦ। ਬੜਾ ਪਛਤਾਉਂਦਾ, ਕਹਿੰਦਾ ਚਲੋ ਸਿਪਾਹੀ ਤਾਂ ਮਰੇ, ਮੇਰਾ ਮਿੱਤਰ ਜਿਹੜਾ ਸੰਬੰਧੀ ਉਹ ਵੀ ਮਾਰਿਆ ਗਿਆ। ਇਸ ਗੱਲ ਦਾ ਬੜਾ ਡਾਢਾ ਦੁੱਖ ਵਜੀਦੇ ਦੇ ਹਿਰਦੇ ਨੂੰ ਹੋ ਰਿਹਾ ਹੈ। ਪਾਏ ਨਮੋਸ਼ੀ ਸ਼ੋਕ ਬਿਲੰਦ। ਬੜੀ ਵੱਡੀ ਨਮੋਸ਼ੀ ਆਪਣੇ ਹਿਰਦੇ 'ਚ ਰੱਖ ਕੇ ਸ਼ੋਕ ਦੇ ਨਾਲ ਮੁੜਿਆ। ਭੀਮ ਚੰਦ ਕੇ ਪਟ ਸਮੁਦਾਈ। ਰਾਜੇ ਭੀਮ ਚੰਦ ਦੇ ਜਿੰਨੇ ਸੂਰਮੇ ਯੋਧੇ ਸਨ, ਉਤਰੇ ਕਿਤ ਕਿਤ ਹਿਤ ਤਕਰਾਈ। ਉਹ ਵੀ ਕਈ ਥਾਵਾਂ ਤੇ ਉਤਰੇ ਹੋਏ ਸਨ ਤਕੜਾਈ ਵਾਸਤੇ। ਕਈ ਥਾਵਾਂ ਤੇ ਭੀਮ ਚੰਦ ਨੇ ਮੋਰਚੇ ਲਵਾਏ ਹੋਏ ਸੀ ਸਿਪਾਹੀਆਂ ਦੇ, ਵੀ ਕਿਤੇ ਗੁਰੂ ਜੀ ਜਾਂ ਉਹਨਾਂ ਦਾ ਖਾਲਸਾ ਮੁੜ ਕੇ ਇੱਧਰ ਨਾ ਆਵੇ। ਇਸ ਕਰਕੇ ਉਹਨੇ ਕਈ ਥਾਵਾਂ ਤੇ ਆਪਣੀਆਂ ਫੌਜਾਂ ਉਤਾਰੀਆਂ ਹੋਈਆਂ ਸਨ। ਸੁਨ ਸਤਿਗੁਰ ਕੋ ਬਜਤ ਨਗਾਰਾ। ਜਦੋਂ ਮਹਾਰਾਜ ਜੀ ਦਾ ਨਗਾਰਾ ਵੱਜਦਿਆਂ ਉਹਨਾਂ ਫੌਜਾਂ ਨੇ ਸੁਣਿਆ, ਜਿਹੜੇ ਮੋਰਚਿਆਂ ਵਿੱਚ ਉਤਰੇ ਹੋਏ ਸੀ ਨਾ, ਅੱਗੇ ਕਈ ਥਾਵਾਂ ਤੇ ਉਹਨੇ ਜਿਵੇਂ ਚੌਂਕੀਆਂ ਬਿਠਾਈਆਂ ਹੁੰਦੀਆਂ ਨੇ, ਵੀ ਕਿਤੇ 50 ਕਿਤੇ 100 ਬੰਦਾ ਇਦਾਂ ਚੌਂਕੀਆਂ ਉਤਰੀਆਂ ਹੋਈਆਂ ਸੀ। ਜਦੋਂ ਉਹਨਾਂ ਦੇ ਕੰਨੀ ਰਣਜੀਤ ਨਗਾਰੇ ਦੀ ਆਵਾਜ਼ ਪਈ, ਤਰਾਸਤ ਤੁਰਤ ਕਰਤ ਭੇ ਤਿਆਰਾ। ਇੱਕਦਮ ਡਰ ਗਏ, ਭੈ ਭੀਤ ਹੋ ਗਏ। ਨਗਾਰੇ ਦੀ ਆਵਾਜ਼ ਸੁਣ ਕੇ ਤਿਆਰੀ ਕੀਤੀ। ਇੱਕ ਚੌਂਕੀ ਨੇ ਦੂਜੀ ਚੌਂਕੀ, ਦੂਜੀ ਨੇ ਤੀਜੀ ਚੌਂਕੀ ਵਿੱਚ ਖਬਰ ਪਹੁੰਚਾਉਂਦਿਆਂ ਫੌਜ ਇਕੱਠੀ ਕਰ ਲਈ। ਗਇਓ ਖਾਲਸਾ ਜਿਤ ਸੋ ਜੋਏ। ਜਿਸ ਪਾਸੇ ਖਾਲਸਾ ਗਿਆ ਸੀ, ਇਹਨਾਂ ਨੇ ਵੇਖਿਆ ਇਹ ਅੱਗੇ ਆਏ। ਦੋਨੋਂ ਦਲ ਮੁਕਾਬਲੇ ਹੋਏ। ਖਾਲਸਾ ਆਇਆ ਹੀ ਇਸੇ ਕਰਕੇ ਸੀ ਵੀ ਆ ਜਿਹੜੇ ਚੌਂਕੀਆਂ ਲਾਈ ਬੈਠੇ ਆ, ਥਾਂ ਥਾਂ ਇਹਨਾਂ ਨੂੰ ਚਾਟਾ ਚਕਾਈਏ। ਜਦੋਂ ਆਏ ਨਾ ਅੱਗੋਂ ਚੌਂਕੀਆਂ ਵਾਲੇ ਉਹ ਇਕੱਠੇ ਹੋ ਕੇ ਥਾਂ ਥਾਂ ਤੋਂ, ਸਿੰਘਾਂ ਨੇ ਫਿਰ ਹਮਲਾ ਕੀਤਾ। ਦੋਹਾਂ ਪਾਸਿਓਂ ਦਲਾਂ ਦਾ ਫਿਰ ਮੁਕਾਬਲਾ। ਇੱਕ ਛੋਟੀ ਜਿਹੀ ਝਪਟ ਹੋਈ। ਚਲੀ ਤੁਫੰਗੇ ਗੁਲਕਾ ਸੰਗ। ਬੰਦੂਕਾਂ ਦੀਆਂ ਗੋਲੀਆਂ ਧਗੀਆਂ ਤੇ ਚੱਲੀਆਂ। ਕਰੇ ਪਹਾੜੀ ਅੰਗਨ ਭੰਗ। ਪਹਾੜੀਆਂ ਦੇ ਅੰਗ ਤੋੜ ਸੁੱਟੇ। ਹੌਸਲਾ ਕਿੱਥੇ ਪਵੇ ਖਾਲਸੇ ਦੇ ਸਾਹਮਣੇ ਖਲੋ ਕੇ ਲੜਨ ਦਾ ਇਹਨਾਂ ਪਹਾੜੀਆਂ ਵਿੱਚ। ਸ਼੍ਰੀ ਪ੍ਰਭ ਨੇ ਤਿਸ ਕੀ ਦਿਸ਼ ਗਏ। ਕਲਗੀਧਰ ਜੀ ਨਹੀਂ ਗਏ, ਆਖਿਆ ਚਲੋ ਖਾਲਸਾ ਆਪੇ ਹੀ ਜੰਗ ਜਿੱਤ ਕੇ ਆ ਜਾਏਗਾ। ਮਹਾਰਾਜ ਜੀ ਪਿੱਛੇ ਹੀ ਸ਼ਿਕਾਰ ਖੇਡ ਰਹੇ ਨੇ ਤੇ ਸਿੰਘਾਂ ਦਾ ਥੋੜਾ ਜਿਹਾ ਜਥਾ ਗਿਆ। ਉਹਨਾਂ ਨੇ ਇਹਨਾਂ ਪਹਾੜੀਆਂ ਦੀ ਸੁੱਧ ਭੁਲਾ ਕੇ ਰੱਖ ਦਿੱਤੀ। ਕਿਤਕ ਸਿੰਘ ਪਹੁੰਚੇ ਰਨ ਪਏ। ਕੁਝ ਕੁ ਸਿੰਘ ਹੀ ਗਏ ਜੰਗ ਦੇ ਵਿੱਚ,
ਉਹ ਆਖਿਆ ਸਾਰਿਆਂ ਨੂੰ ਕੀ ਲੋੜ ਆ, ਅਸੀਂ 15-20 ਬਥੇਰੇ ਆ। ਉਹ 500-400 ਪਹਾੜੀਏ ਸਨ। ਸਿੰਘ ਥੋੜੀ ਜੀ ਗਿਣਤੀ ਦੇ ਜਾ ਕੇ ਉਹਨਾਂ ਨੂੰ ਸੋਧਾ ਲਾਉਣ ਲੱਗ ਪਏ। ਹਿਆ ਤਵਾਈ ਕਰ ਤਾਕਤ ਮਾਰੇ, ਘੋੜੇ ਦੌੜਾ ਕੇ ਬੜੀ ਤੇਜ਼ੀ ਨਾਲ ਗੋਲੀਆਂ ਦੇ ਨਿਸ਼ਾਨੇ ਤੱਕ ਕੇ ਮਾਰਦੇ ਹਨ। ਦੜ ਗਿਰ ਪਰੇ ਨ ਬੋਰ ਸੰਭਾਰੇ, ਜਿਹਨੂੰ ਜਾ ਕੇ ਗੋਲੀ ਵੱਜਦੀ ਆ ਧੜਮ ਦੇ ਕੇ ਜ਼ਮੀਨ ਤੇ ਡਿੱਗ ਪੈਂਦਾ, ਉਹਨੂੰ ਆਪਣਾ ਆਪ ਨਹੀਂ ਸੰਭਾਲਿਆ ਜਾਂਦਾ। ਕੇਤਕ ਚਿਰ ਲੋ ਅਰੇ ਪਹਾੜੀ, ਕੁਝ ਕੁ ਸਮਾਂ ਤਾਂ ਪਹਾੜੀਏ ਅੱਗੇ ਖਲੋ ਕੇ ਅੜੇ ਰਹੇ। ਉਮਡੇ ਸਿੰਘ ਵੀਰ ਬਲ ਭਾਰੀ, ਜਦੋਂ ਸਿੰਘ ਉਮੜ ਕੇ ਪਏ ਭਾਰੀ ਬਲ ਨਾਲ ਸ਼ੇਰਾਂ ਵਾਂਗੂ। ਹੀਲਾ ਕਾਲ ਭਰੇ ਇੱਕ ਬਾਰੇ, ਇੱਕੋ ਵਾਰ ਜਦੋਂ ਸਿੰਘਾਂ ਨੇ ਹੱਲਾ ਕੀਤਾ ਇਹਨਾਂ ਪਹਾੜੀਆਂ ਤੇ, ਉੱਚ ਪੁਕਾਰਤ ਮਾਰੋ ਮਾਰੇ, ਉੱਚੀ ਪੁਕਾਰਦਿਆਂ ਮਾਰੋ ਮਾਰ ਕਰਦਿਆਂ ਜਦੋਂ ਖਾਲਸੇ ਨੇ ਹੱਲਾ ਬੋਲਿਆ, ਵਿੱਚ ਪ੍ਰਵੇਸ਼ੇ ਤਿਨ ਕੇ ਜਾਏ। ਇਹਨਾਂ ਦੇ ਵਿੱਚ ਜਾ ਪ੍ਰਵੇਸ਼ੇ ਸਿੰਘ ਤਲਵਾਰਾਂ ਧੂ ਕੇ ਵੱਡ ਵੱਡ ਡੱਕਰੇ ਕਰਨ ਲੱਗੇ ਨਾ ਪਹਾੜੀਆਂ ਦੇ। ਦੀਰਗ ਤੋਮਰ ਹਤੇ ਰਸਾਏ, ਬਰਛੀਆਂ ਨਾਲ ਨੇਜਿਆਂ ਨਾਲ ਪਰੋ ਕੇ ਰੱਖ ਦਿੱਤੇ ਪਹਾੜੀਏ। ਖੜਗ ਨਿਕਾਸ ਵਿਨਾਸ਼ਨ ਕਰੇ, ਤਲਵਾਰਾਂ ਕੱਢ ਕੇ ਇਹਨਾਂ ਦਾ ਵਿਨਾਸ਼ ਕਰਦੇ ਹਨ, ਕੱਟਦੇ ਹਨ। ਭਜੇ ਗਿਰਨ ਨਰ ਡਰ ਉਰ ਤਰੇ, ਜਿਹੜੇ ਪਹਾੜੀਏ ਨੇ ਅੱਗੇ ਲੱਗ ਕੇ ਭੱਜ ਪਏ ਡਰ ਨਾਲ ਭੈ ਭੀਤ ਹੋ ਕੇ ਕੰਬਦੇ ਹੋਏ। ਤਿਨ ਮੋ ਕੇਤਕ ਮਾਰ ਗਿਰਾਏ, ਇਹਨਾਂ ਵਿੱਚੋਂ ਕਿਤਨੇ ਹੀ ਮਾਰ ਸੁੱਟੇ ਰਣ ਭੂਮੀ ਦੇ ਵਿੱਚ ਖਾਲਸੇ ਨੇ। ਅਪਰ ਪ੍ਰਾਨ ਪ੍ਰਿਯ ਕਰਤ ਪਲਾਏ, ਔਰ ਇਹਨਾਂ ਵਿੱਚੋਂ ਜਿਹੜੇ ਬਚੇ ਆਪਣੇ ਪ੍ਰਾਣਾਂ ਨੂੰ ਪਿਆਰੇ ਕਰਕੇ ਦੌੜ ਗਏ, ਭੱਜ ਗਏ, ਖਾਲਸੇ ਅੱਗੇ ਨਹੀਂ ਖਲੋਤੇ ਅੜ ਕੇ। ਲੂਟ ਕੂਟ ਲੀਨਸ ਤਿਨ ਡੇਰਾ, ਖਾਲਸਾ ਉੱਚੀ ਆਵਾਜ਼ ਵਿੱਚ ਗਰਜਵੀਂ ਆਵਾਜ਼ ਵਿੱਚ ਕਹਿੰਦਾ, ਉਹ ਕੀ ਲੈਣਾ ਖਾਲਸੇ ਨਾਲ ਅੜ ਕੇ, ਦਿਨ ਕੱਟ ਲੈ ਤੂੜੀ ਵਾਲੇ ਕਮਰੇ 'ਚ ਵੜ ਕੇ। ਏਦਾਂ ਅਕਾਲ ਹੀ ਅਕਾਲ ਕਰਦਿਆਂ ਭਾਜੜਾਂ ਪਾਈਆਂ ਪਹਾੜੀਆਂ ਨੂੰ। ਹਿਆ ਆਯੁਧ ਆਦਿਕ ਜੋ ਹੀਰਾ, ਜਿਹੜੇ ਉਹਨਾਂ ਪਹਾੜੀਆਂ ਦੇ ਕੋਲ ਘੋੜੇ ਸਨ, ਹਥਿਆਰ ਸਨ, ਉਹ ਖਾਲਸੇ ਨੇ ਵੇਖਦਿਆਂ ਵੇਖਦਿਆਂ ਇਹਨਾਂ ਦੇ ਕੋਲੋਂ ਖੋਹ ਲਏ। ਤੁਹਾਨੂੰ ਨਹੀਂ ਹੱਕ ਉਹ ਵੱਡਿਓ ਬਹਾਦਰੋ ਇਹ ਹਥਿਆਰ ਰੱਖਣ ਦਾ, ਘੋੜੇ ਰੱਖਣ ਦਾ। ਖਾਲਸੇ ਨੇ ਲੁੱਟ ਮਾਰ ਕਰ ਲਈ। ਕੇਤਕ ਗ੍ਰਾਮ ਮਾਰ ਕਰ ਫਿਰੇ, ਇਹਦਾ ਨੇੜੇ ਤੇੜੇ ਦੇ ਜਿਹੜੇ ਪਹਾੜੀਆਂ ਦੇ ਪਿੰਡ ਸਨ, ਭੀਮ ਚੰਦ ਦੇ ਜਿਹੜੇ ਖਾਸਮ ਖਾਸ ਸਨ, ਖਾਲਸੇ ਨੇ ਉਹਨਾਂ ਨੂੰ ਵੀ ਸੋਧਾ ਲਾਇਆ ਕਿ ਭੀਮ ਚੰਦ ਨੂੰ ਬੈਠੇ ਨੂੰ ਬਿਲਾਸਪੁਰ ਵਿੱਚ ਆਪਣੀ ਰਾਜਧਾਨੀ 'ਚ ਸੇਕ ਲੱਗੇ। ਆਏ ਮਿਲੇ ਗੁਰ ਦਰਸ਼ਨ ਕਰੇ, ਇਹਦਾ ਖਾਲਸੇ ਨੇ, ਇਹ ਛੋਟੀ ਜਿਹੀ ਝਪਟ ਸੀ, ਮਿੰਟਾਂ ਸਕਿੰਟਾਂ ਵਿੱਚ ਹੀ ਖਾਲਸੇ ਨੇ ਇਸ ਝਪਟ ਵਿੱਚ ਜਿੱਤ ਪ੍ਰਾਪਤ ਕੀਤੀ। ਔਰ ਅਕਾਲ ਹੀ ਅਕਾਲ ਕਰਦਿਆਂ ਮਹਾਰਾਜ ਗੁਰੂ ਕਲਗੀਧਰ ਕੋਲ ਵਾਪਸ ਆ ਗਏ। ਮਿਲਿਓ ਖਾਲਸਾ ਬੋਗਰ ਜਾਵੇ, ਮਹਾਰਾਜ ਜੀ ਹਾਲੇ ਸ਼ਿਕਾਰੀ ਖੇਡ ਰਹੇ ਸਨ। ਖਾਲਸਾ ਆਇਆ ਗਰਜ ਗਰਜ ਕੇ ਮਹਾਰਾਜ ਜੀ ਨੂੰ ਫਤਿਹ ਬੁਲਾਵੇ। ਖਾਲਸਾ ਵਾਹਿਗੁਰੂ ਕੀ ਫਤਿਹ ਬੁਲਾਵੇ। ਤੇ ਜਦੋਂ ਜੰਗ ਜਿੱਤ ਕੇ ਆਏ ਨਾ, ਖਾਲਸਾ ਜੰਗ ਜਿੱਤ ਕੇ ਆ ਗਏ, ਤੇ ਜਿਹੜੇ ਆਏ ਸਨ ਜੰਗ ਦੇ ਵਿੱਚੋਂ ਆ ਕੇ ਗਰਜ ਕੇ ਮਹਾਰਾਜ ਜੀ ਨੂੰ ਫਤਿਹ ਬੁਲਾਉਂਦੇ ਆ, ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤ ਅਖੀਰ ਪ੍ਰਭੂ ਹਟਿਆਏ, ਮਹਾਰਾਜ ਜੀ ਇਸ ਤਰ੍ਹਾਂ ਸ਼ਿਕਾਰ ਖੇਡਦਿਆਂ ਵਿਸਾਲੀ ਨਗਰ ਵਾਪਸ ਆ ਗਏ। ਸਲਤਾ ਉਤਰ ਸਿਵਰ ਦਰਸਾਏ, ਦਰਿਆ ਪਾਰ ਕਰਕੇ ਮਹਾਰਾਜ ਜੀ ਨੇ ਡੇਰਾ ਕੀਤਾ। ਅਜੇ ਤੁਰੰਗਮ ਕੀਏ ਬਿਸਰਾਮੂ, ਘੋੜੇ ਛੱਡ ਕੇ ਪਾਤਸ਼ਾਹ ਨੇ ਆਰਾਮ ਕੀਤਾ। ਡਰੇ ਸਕਲਈ ਗਿਰ ਕੇ ਗ੍ਰਾਮੂ, ਉਧਰ ਪਹਾੜੀਆਂ ਦੇ ਜਿਹੜੇ ਪਿੰਡ ਸਨ ਭੈ ਭੀਤ ਹੋ ਗਏ, ਡਰ ਗਏ। ਲੇਲੇ ਪਾਜਰ ਦੂਰ ਸਿਧਾਏ, ਭਾਜੜ ਪੈ ਗਈ ਪਿੰਡਾਂ ਵਾਲਿਆਂ ਨੂੰ। ਜਿਹੜੇ ਰਾਜੇ ਭੀਮ ਚੰਦ ਦੇ ਖਾਸ ਲੋਕ ਸਨ, ਉਹ ਡਰ ਕੇ ਉੱਥੋਂ ਭੱਜਣ ਲੱਗੇ। ਬਸੇ ਅਨਤ ਥਲ ਬਾਮ ਕੇ ਦਾਏ, ਸੱਜੇ ਪਾਸੇ ਹੋ ਕੇ, ਸੱਜੇ ਖੱਬੇ ਹੋ ਕੇ ਵਸਣ ਲੱਗੇ। ਬਿਗੜਿਓ ਦਰਬ ਮਾਮਲਾ ਜਬੇ, ਪਿੰਡਾਂ ਵਾਲੇ ਆ ਕੇ ਕਈ ਸਤਿਗੁਰਾਂ ਦੀ ਸ਼ਰਨ ਚ ਆ ਕੇ ਕਹਿੰਦੇ, ਜੀ ਅਸੀਂ ਤੁਹਾਡੀ ਪਨਾਹ ਚ ਅੱਜ ਤੋਂ ਬਾਅਦ ਤੁਹਾਨੂੰ ਮਾਮਲਾ ਤਾਰਿਆ ਕਰਾਂਗੇ, ਅਸੀਂ ਨਹੀਂ ਭੀਮ ਚੰਦ ਨੂੰ ਮਾਮਲਾ ਤਾਰਨਾ। ਸਾਡੀ ਰਾਖੀ ਤੁਸੀਂ ਕਰੋ ਮਹਾਰਾਜ। ਮਾਮਲਾ ਅਸੀਂ ਤਾਂ ਹੀ ਤਾਰਦੇ ਹਾਂ ਵੀ ਰਾਜੇ ਸਾਡੀ ਰੱਖਿਆ ਕਰਨ, ਟੈਕਸ ਤਦੇ ਹੀ ਭਰਦੇ ਆ ਨਾ ਵੀ ਅਸੀਂ ਸੁਰੱਖਿਅਤ ਰਹੀਏ। ਤੇ ਮਹਾਰਾਜ ਜੀ ਉਹ ਸਾਡੀ ਸੁਰੱਖਿਆ ਹੀ ਨਹੀਂ ਕਰ ਸਕਦੇ, ਕੀ ਹੱਕ ਹੈ ਉਹਨਾਂ ਨੂੰ ਸਾਡੇ ਕੋਲ ਮਾਮਲਾ ਲੈਣ ਦਾ? ਅਸੀਂ ਆਪ ਜੀ ਨੂੰ ਮਾਮਲਾ ਦੇਵਾਂਗੇ। ਭੀਮ ਚੰਦ ਦੇ ਹੁਣ ਕਈ ਪਿੰਡ ਤਾਂ ਇਦਾਂ, ਕਈ ਉਦਾਂ ਹੀ ਵਿਗੜ ਗਏ। ਉਹਨਾਂ ਆਖਿਆ ਅਸੀਂ ਦੇਣਾ ਹੀ ਨਹੀਂ ਭੀਮ ਚੰਦ ਨੂੰ, ਬਹਾਨਾ ਲਾ ਲੈਣਾ ਜੀ ਸਾਨੂੰ ਤਾਂ ਖਾਲਸਾ ਲੁੱਟ ਕੇ ਲੈ ਗਿਆ ਜੀ, ਸਾਡਾ ਤਾਂ ਪਿੰਡ ਖਾਲਸੇ ਨੇ ਲੁੱਟ ਲਿਆ ਸੀ, ਮਾਮਲਾ ਕਿਵੇਂ ਤਾਰੀਏ? ਇਦਾਂ ਕਈਆਂ ਨੇ ਬਹਾਨੇ ਲਾ ਲਏ।
ਔਰ ਬਹਾਨੇ ਲਾ ਕੇ ਇਹ ਕਰਤੂਤਾਂ ਕਰਨ ਲੱਗੇ। ਭੀਮ ਚੰਦ ਕੋ ਚਿਤ ਦੁਖ ਤਬੇ। ਹੁਣ ਭੀਮ ਚੰਦ ਕੋਲ ਟੈਕਸ ਜਾਣਾ ਜਦੋਂ ਬੰਦ ਹੋਇਆ ਤੇ ਭੀਮ ਚੰਦ ਰੋਵੇ, ਆਪਣੇ ਖਰਚੇ ਕਿੱਥੋਂ ਪੂਰੇ ਕਰੇ ਹੁਣ ਟੈਕਸ ਤੋਂ ਬਿਨਾਂ, ਬੜਾ ਦੁਖੀ ਹੋਇਆ। ਬਸ ਨ ਬਸਾਏ ਬਿਸੂਰਤ ਭਾਰੀ। ਵਸ ਨਹੀਂ ਚੱਲਦਾ ਭੀਮ ਚੰਦ ਪਾਪੀ ਦਾ, ਬੜਾ ਝੂਰਦਾ ਆਪਣੇ ਮਨ ਵਿੱਚ। ਗੁਰ ਵਿਰੋਧ ਤੇ ਅਧਿਕ ਬਿਗਾਰੀ। ਸਤਿਗੁਰਾਂ ਦਾ ਵਿਰੋਧ ਕਰਕੇ ਕਹਿੰਦਾ ਮੈਂ ਤਾਂ ਆਪਣਾ ਨੁਕਸਾਨ ਹੀ ਕੀਤਾ। ਇਤ ਸਤਿਗੁਰ ਨਿਤ ਕਰਤ ਬਿਲਾਸਾ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਨਿਤ ਆਨੰਦ ਵਿੱਚ ਨੇ, ਨਿਤ ਹੀ ਆਨੰਦ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਤੇਰਾ ਘਰ ਆਨੰਦ ਵਧਾਈ ਤੁਧ ਘਰ। ਸਤਿਗੁਰਾਂ ਦੇ ਘਰ ਵਿੱਚ ਸਦਾ ਹੀ ਆਨੰਦ ਹੈ। ਮਹਾਰਾਜ ਜੀ ਸਦਾ ਹੀ ਆਨੰਦ 'ਚ ਵਿਚਰਦੇ ਨੇ। ਕਰ ਆਨੰਦ ਆਨੰਦੀ ਮੇਰਾ। ਚੜੇ ਅਖੇਰ ਨਿਹਾਰ ਤਮਾਸ਼ਾ। ਮਹਾਰਾਜ ਜੀ ਸ਼ਿਕਾਰ ਕੱਢ ਚੜ੍ਹਦੇ ਨੇ ਔਰ ਸ਼ਿਕਾਰ ਚੜ੍ਹਦਿਆਂ ਵੇਖਦੇ ਨੇ ਕਈ ਵੇਰੀ ਛੋਟੀਆਂ ਮੋਟੀਆਂ ਝਪਟਾਂ ਖਾਲਸੇ ਦੀਆਂ ਹੁੰਦੀਆਂ ਰਹਿੰਦੀਆਂ ਪਹਾੜੀਆਂ ਨਾਲ। ਸੰਗਤ ਦਰਸ਼ਨ ਕੋ ਤੈ ਜਾਵੇ। ਸੰਗਤ ਜਿਹੜੀ ਹੈ ਹੁਣ ਆਨੰਦਪੁਰ ਸਾਹਿਬ ਜਦੋਂ ਪਤਾ ਲੱਗਦਾ ਵੀ ਸਤਿਗੁਰੂ ਵਿਸਾਲੀ ਨੇ, ਤੋ ਸੰਗਤਾਂ ਵਿਸਾਲੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ। ਸੁਨ ਸੁਨ ਸਿੰਘ ਦੇਸ਼ ਤੇ ਆਵੇ। ਬਹੁਤ ਸਾਰਿਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਆ ਚੱਲ ਕੇ। ਦਰਬ ਵਸਤ ਗਨ ਹਿਆ ਹਥਿਆਰ। ਕੋਈ ਧਨ ਅਰਪਣ ਕਰਦਾ, ਕੋਈ ਪਦਾਰਥ, ਕੋਈ ਘੋੜੇ, ਕੋਈ ਹਥਿਆਰ ਲਿਆ ਕੇ ਭੇਟ ਕਰਦਾ। ਲਗੇ ਅਕੋਰਨ ਕੇ ਅੰਬਾਰ। ਸਾਹਿਬ ਦੇ ਚਰਨਾਂ ਵਿੱਚ ਭੇਟਾਵਾਂ ਦੇ ਅੰਬਾਰ ਲੱਗਦੇ ਹਨ। ਅਧਿਕ ਤਿਹਾਵਲ ਨਿਤ ਪ੍ਰਤੇ ਹੋਵੇ। ਨੇਤਾ ਪ੍ਰਤੀ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਦੇ ਲੰਗਰ ਚੱਲਦੇ ਹਨ। ਬ੍ਰਿੰਦ ਇਕੱਤਰ ਦਰਸ ਕੋ ਜੋਵੇ। ਬ੍ਰਿੰਦੇ ਹਜ਼ਾਰਾਂ ਦੇ ਗਿਣਤੀ ਕਿ ਸੰਗਤਾਂ ਆ ਕੇ ਮਹਾਰਾਜ ਜੀ ਦੇ ਦਰਸ਼ਨ ਪਰਸਦੀਆਂ ਹਨ। ਚੜੇ ਪ੍ਰਭੂ ਹਿਆ ਵਹਿਰ ਸਿਧਾਵੇ। ਕਈ ਵਾਰ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਤੇ ਚੜ੍ਹਦੇ ਨੇ। ਹਿਤ ਅਖੀਰ ਸਲਤਾ ਲੰਘ ਆਵੇ। ਦਰਿਆ ਪਾਰ ਕਰਕੇ ਆਨੰਦਪੁਰ ਸਾਹਿਬ ਵਾਲੇ ਪਾਸੇ ਮਹਾਰਾਜ ਜੀ ਸ਼ਿਕਾਰ ਖੇਡਦੇ ਹਨ। ਬਾਜਤ ਬਡਰਣ ਜੀਤ ਦਮਾਮਾ। ਨਾਲ ਨਾਲ ਦਮਾਮਾ ਵੱਜਦਾ, ਨਗਾਰਾ ਵੱਜਦਾ ਰਣਜੀਤ। ਜਿਸ ਨਗਾਰੇ ਦੀ ਆਵਾਜ਼ ਸੁਣ ਸੁਣ ਕੇ ਵੈਰੀਆਂ ਦੀ ਛਾਤੀਆਂ ਕੰਬਦੀਆਂ ਨੇ, ਦਿਲ ਧੜਕਦੇ ਹਨ। ਸੁਨ ਖਲ ਭਲ ਹੋਏ ਸ਼ਤੁਰਨ ਤਾਮਾ। ਵੈਰੀਆਂ ਦੇ ਘਰਾਂ 'ਚ ਖੜਬੜਾਹਟ ਮਚ ਜਾਂਦੀ ਹੈ ਜਦੋਂ ਨਗਾਰੇ ਦੀ ਆਵਾਜ਼ ਸੁਣਦੇ ਰਣਜੀਤ। ਨਗਾਰੇ ਦੇ ਗਰਜਣ ਦੀ ਆਵਾਜ਼ ਸੁਣਦੇ ਨੇ। ਦੂਰ ਦੂਰ ਲੱਗ ਜਾਏ ਅਖੀਰ। ਦੂਰ ਦੂਰ ਤੱਕ ਮਹਾਰਾਜ ਜੀ ਨਿਰਭਉ ਤੇ ਨਿਰਖੌਫ ਹੋ ਕੇ ਸ਼ਿਕਾਰ ਖੇਡਣ ਲਈ ਜਾਂਦੇ ਹਨ। ਸੁਨ ਕੋ ਆਏ ਸਕੇ ਨਾ ਅਗੇਰ। ਜਿਹੜਾ ਕੋਈ ਸੁਣਦਾ ਵੀ ਸਤਿਗੁਰੂ ਆਏ ਨੇ ਇੱਧਰ, ਉਹ ਦਰਵਾਜ਼ੇ ਭੇੜ ਕੇ ਅੰਦਰ ਵੜ ਜਾਂਦੇ ਆ। ਵੱਡੇ ਵੱਡੇ ਰਾਜੇ ਅੱਗੇ ਨਹੀਂ ਆਉਂਦੇ, ਮਹਾਰਾਜ ਜੀ ਦੇ ਸਾਹਮਣੇ ਨਹੀਂ ਖਲੋਂਦੇ ਆ ਕੇ। ਇਤੇ ਉਤ ਤੁਰਤ ਕਹੂੰ ਰਿਪ ਦੁਰੇ। ਇੱਧਰ ਉੱਧਰ ਹੋ ਕੇ ਤੁਰਤ ਫੁਰਤ ਦੁਸ਼ਮਣ ਲੁਕ ਜਾਂਦੇ ਨੇ, ਛਿਪ ਜਾਂਦੇ ਨੇ। ਜਬ ਸਤਗੁਰ ਡੇਰੇ ਕੋ ਮੁਰੇ। ਏਦਾਂ ਜਦੋਂ ਸਤਿਗੁਰੂ ਸ਼ਿਕਾਰ ਖੇਡ ਕੇ ਵਾਪਸ ਆਪਣੇ ਡੇਰੇ ਨੂੰ ਮੁੜਦੇ ਨੇ, ਤਬ ਨਿਚਿੰਤੋ ਏ ਥਿਰ ਨਿਜ ਥਾਨ। ਫੇਰ ਉਹਨਾਂ ਨੂੰ ਸਾਹ ਜਿਹਾ ਆਉਂਦਾ ਨਹੀਂ ਤਾਂ ਸਾਰਾ ਦਿਨ ਸਾਹ ਨਹੀਂ ਲੈਂਦੇ ਉੱਚਾ, ਵੀ ਕਿਤੇ ਪਤਾ ਨਾ ਲੱਗ ਜੇ ਗੁਰੂ ਜੀ ਨੂੰ ਵੀ ਅਸੀਂ ਹਾਂ ਇੱਥੇ। ਜਦੋਂ ਮਹਾਰਾਜ ਜੀ ਵਾਪਸ ਪਰਤਦੇ ਆ, ਫਿਰ ਠੰਡਾ ਜਿਹਾ ਹੌਕਾ ਲੈ ਕੇ ਆਪਣੀਆਂ ਲੱਤਾਂ ਪਸਾਰ ਲੈਂਦੇ ਆ। ਚਲੋ ਚੰਗਾ ਹੋਇਆ ਗੁਰੂ ਜੀ ਹੁਣ ਚਲੇ ਗਏ ਨੇ। ਏਦਾਂ ਡਰਦੇ ਨੇ ਦੁਸ਼ਮਣ। ਦੇਸ਼ ਸੈਲ ਕੇ ਤਰਾਸ ਮਹਾਨ। ਇਹਨਾਂ ਪਹਾੜੀ ਰਾਜਿਆਂ ਦੇ ਅੰਦਰ ਵੱਡਾ ਭਾਰੀ ਡਰ ਤੇ ਭੈ ਹੈ ਸਤਿਗੁਰਾਂ ਦਾ। ਓਚਕ ਸਿੰਘ ਆਏ ਨੈ ਪਰੇ। ਹਬੜਾ ਕੇ ਉੱਠਦੇ ਐ, ਕਹਿੰਦੇ ਕਿਤੇ ਅਚਾਨਕ ਨਾ ਖਾਲਸਾ ਆਣ ਕੇ ਪੈ ਜੇ ਸਾਡੇ ਤੇ। ਅਸੀਂ ਉਹਨਾਂ ਨੂੰ ਉਹਨਾਂ ਦੇ ਨਗਰ ਚੋਂ ਕੱਢਿਆ, ਉਹਨਾਂ ਦੇ ਅੰਦਰ ਸਾਡਾ ਜਿਹੜਾ ਇਹ ਕਰਤੂਤ ਹੈ ਬੜੀ ਖੜਕਦੀ ਹੈ। ਖਬਰੇ ਕਦੋਂ ਆ ਜਾਣ, ਏਦਾਂ ਡਰ ਡਰ ਕੇ ਦਿਨ ਕੱਟਦੇ ਨੇ। ਲੂਟ ਕੂਟ ਹੱਥ ਕਰ ਫਿਰ ਫਿਰੇ। ਤੇ ਖਾਲਸਾ ਜਾ ਕੇ ਸੋਧਾ ਲਾਉਂਦਾ ਰਹਿੰਦਾ। ਰੋਜ਼ ਕੋਈ ਨਾ ਕੋਈ ਝਪਟ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਆ ਖਾਲਸੇ ਦੀ। ਜਾਂ ਤੇ ਨਿਸ ਦਿਨ ਬਨ ਸਾਵਧਾਨ। ਇਸ ਕਰਕੇ ਰਾਜੇ ਵੀ ਸਾਵਧਾਨੀ ਨਾਲ ਮਹਿਲਾਂ 'ਚ ਆਪਣੇ ਪੂਰਾ ਪਹਿਰਾ ਕਰਕੇ ਰੱਖਦੇ ਹਨ। ਕਸ਼ਟ ਪ੍ਰਜਾ ਰਾਜਾ ਬਹੁਮਾਨ। ਪ੍ਰਜਾ ਵੀ ਦੁਖੀ, ਰਾਜੇ ਵੀ ਦੁਖੀ ਨੇ।
ਪਛਤਾਵਤ ਮੂਰਖ ਮਤ ਮੰਦ। ਮਾੜੀ ਮੱਤ ਵਾਲੇ ਰਾਜੇ ਬੜੇ ਪਛਤਾਉਂਦੇ, ਖਾਸ ਕਰਕੇ ਭੀਮ ਚੰਦ ਬੜਾ ਪਛਤਾਉਂਦਾ। ਚੈਤ ਹਿਰਦੇ ਹੋਏ ਸੰਧੀ ਆਨੰਦ। ਮਨ ਚ ਚਾਹੁੰਦਾ ਗੁਰੂ ਸਾਹਿਬ ਨਾਲ ਸੰਧੀ ਹੋ ਜੇ ਤੇ ਚੰਗਾ, ਘਟੋ ਘਟ ਸੁੱਖ ਨਾਲ ਸੋਵਾਂ ਤੇ ਕਰਾਂਗਾ। ਹੁਣ ਤਾਂ ਜਦੋਂ ਦਾ ਜੰਗ ਕੀਤਾ ਨੀਂਦ ਨਹੀਂ ਲੈ ਕੇ ਵੇਖੀ, ਰਾਤ ਨੂੰ ਡਰ ਡਰ ਕੇ ਵੇਖਦੇ ਉੱਠ ਕੇ ਕਿਤੇ ਗੁਰੂ ਜੀ ਨਾ ਆ ਜਾਣ। ਕਹਿੰਦਾ ਸੰਧੀ ਕਰ ਲਵਾਂ, ਚੰਗੀ ਗੱਲ ਹੈ, ਘਟੋ ਘਟ ਸੁੱਖ ਦੀ ਨੀਂਦ ਤਾਂ ਸੋਇਆ ਕਰਾਂਗਾ। ਗੁਰ ਕੋ ਬਿਗੜਿਓ ਕਾਜ ਨ ਰਾਈ। ਸੋਚਦਾ ਗੁਰੂ ਜੀ ਦਾ ਤਾਂ ਕੱਖ ਨਹੀਂ ਵਿਗੜਿਆ। ਬਨੇ ਸਿੰਘ ਦੇਸ਼ਨ ਸਮੁਦਾਇ। ਜਿੰਨੇ ਸਿੰਘ ਉਹਨਾਂ ਦੇ ਸ਼ਹੀਦ ਹੋਏ ਨੇ ਉਹਨਾਂ ਨਾਲੋਂ 10 ਗੁਣਾ ਵੱਧ ਆ ਕੇ ਉਹਨਾਂ ਕੋਲ ਹੋਰ ਭਰਤੀ ਹੋ ਗਏ ਨੇ। ਦਿਨ ਪ੍ਰਤ ਭੇਟ ਸੰਗਤਾਂ ਲਿਆਵੇ। ਤੇ ਕਮੀ ਉਹਨਾਂ ਨੂੰ ਹੈ ਨਹੀਂ, ਦਿਨ ਪ੍ਰਤੀ ਦਿਨ ਸੰਗਤਾਂ ਭਟਾਵਾਂ ਲੈ ਕੇ ਆਉਂਦੀਆਂ ਨੇ। ਆਦ ਵਿਲਾਇਤ ਕੇ ਨਾਰੇ ਆਵੇ। ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਉਹਨਾਂ ਦੇ ਚਰਨਾਂ 'ਚ ਚੱਲ ਕੇ। ਹਮਰੀ ਚਮੂ ਖਪੀ ਲਰ ਸਾਰੀ। ਸਾਡੀਆਂ ਫੌਜਾਂ ਲੜ ਕੇ ਸਾਰੀਆਂ ਮਾਰੀਆਂ ਗਈਆਂ। ਖਰਚ ਹੰਗਾਮੇ ਪਰ ਧਨ ਭਾਰੀ। ਫਿਰ ਇਸ ਜੰਗ ਦੇ ਵਿੱਚ ਸਾਡਾ ਹਜ਼ਾਰਾਂ ਲੱਖਾਂ ਰੁਪਈਆ ਖਰਚ ਆ ਗਿਆ। ਆਦ ਕੇਸਰੀ ਚੰਦ ਅਛੇਰੇ। ਜਿਹੜੇ ਚੰਗੇ ਚੰਗੇ ਸਾਡੇ ਯੋਧੇ ਕੇਸਰੀ ਚੰਦ ਵਰਗੇ ਸਚਿਵ ਸੰਬੰਧੀ ਮਰੇ ਕਨੇਰੇ। ਪਤਾ ਨਹੀਂ ਕਿੰਨੇ ਕੁ ਵਜ਼ੀਰ ਸੰਬੰਧੀ ਸਾਡੇ ਬਿਨਾਂ ਗੱਲ ਤੋਂ ਮਾਰੇ ਗਏ। ਅਪਜਸ ਜਗ ਮੈਂ ਭਇਓ ਵਿਸਾਲਾ। ਜਿਹੜੀਆਂ ਲਾਹਨਤਾਂ ਤੇ ਫਟਕਾਰਾਂ ਪੈ ਰਹੀਆਂ ਨੇ ਉਹ ਵੱਖਰੀਆਂ ਨੇ। ਇਤਿਆਦਕ ਝੂਰੇ ਗਿਰਪਾਲਾ। ਏਦਾਂ ਇਹ ਪਹਾੜੀਏ ਝੂਰਦੇ ਨੇ ਆਪਣੇ ਮਨਾਂ ਵਿੱਚ। ਲਰਨ ਹੇਤ ਉਦਯੋਗ ਨ ਕਰੇ। ਹੁਣ ਨਹੀਂ ਲੜਨ ਦਾ ਹੌਸਲਾ ਕਰਦੇ, ਕਹਿੰਦੇ ਹਾਲੇ ਤਾਂ ਪਹਿਲਾਂ ਹੀ ਲੱਕ ਟੁੱਟੀ ਹੋਈ ਹੈ ਸਾਡੀ। ਰਣ ਕੋ ਸਿਮਰ ਸਿਮਰ ਡਰ ਧਰੇ। ਜਦੋਂ ਕੋਈ ਮਾੜਾ ਮੋਟਾ ਸੋਚਦਾ ਵੀ ਆ ਜੰਗ ਬਾਰੇ ਤੇ ਇੱਕਦਮ ਡਰ ਜਾਂਦੇ ਆ। ਜਦੋਂ ਪਹਿਲਾਂ ਜੰਗ ਕੀਤਾ ਗੁਰੂ ਸਾਹਿਬ ਦੇ ਤੀਰ ਚੱਲਦੇ ਵੇਖੇ ਤੇ ਡਰ ਜਾਂਦੇ ਨੇ। ਦੋਹਰਾ ਵਾਰ ਪਾਰ ਦਰਿਆਓ ਕੇ। ਸਤਿਗੁਰ ਕਰੇ ਅਖੀਰ। ਦਰਿਆ ਦੇ ਪਾਰਲੇ ਪਾਸੇ ਕਦੇ ਉਰਲੇ ਪਾਸੇ ਮਹਾਰਾਜ ਜੀ ਸਾਰੇ ਖਾਲਸੇ ਸਮੇਤ ਸ਼ਿਕਾਰ ਖੇਡਣ ਲਈ ਜਾਂਦੇ ਹਨ। ਚੜ੍ਹੇ ਜਬੈ ਚਿਤ ਵਿਚਰ ਤੋ। ਊਚ ਨੀਚ ਥਲ ਹੇਰ। ਔਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਲਈ ਜਾਂਦੇ ਨੇ। ਉੱਚਾ ਨੀਵਾਂ ਥਾਂ ਪਹਾੜੀ ਇਲਾਕਾ ਹੈ, ਮਹਾਰਾਜ ਜੀ ਵਿਚਰ ਕੇ ਵੇਖਦੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਜਿਵੇਂ ਵਿਸਾਲੀ ਤੋਂ ਬਿਪੌਰ ਆਏ ਹਨ। ਬਿਪੌਰ ਸਾਹਿਬ ਉਹ ਸਥਾਨ ਹੈ ਜਿੱਥੇ ਮੇਰੇ ਸਾਹਿਬਜ਼ਾਦਿਆਂ ਵਾਲੇ ਚੋਜੀ ਪ੍ਰੀਤਮ ਨੇ ਬੇਅੰਤ ਬਾਣੀ ਦੀ ਰਚਨਾ ਕੀਤੀ ਹੈ। ਖਾਲਸੇ ਦੀਆਂ ਖੰਡੇ ਬਾਟੇ ਦੀਆਂ 5 ਬਾਣੀਆਂ, ਉਹਨਾਂ ਵਿੱਚੋਂ ਪਵਿੱਤਰ ਬਾਣੀ ਸ੍ਰੀ ਚੌਪਈ ਸਾਹਿਬ ਗੁਰਦੇਵ ਨੇ ਗੁਰਦੁਆਰਾ ਸ੍ਰੀ ਬਿਪੌਰ ਸਾਹਿਬ ਵਿਖੇ ਰਚੀ ਹੈ। ਉੱਥੇ ਮਹਾਰਾਜ ਜੀ ਚਰਨ ਪਾ ਰਹੇ ਨੇ। ਬਿਪੌਰ ਸਾਹਿਬ ਵਾਲੇ ਅਸਥਾਨ ਦਾ ਹੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਆਪਣੀ ਪਵਿੱਤਰ ਪਾਵਨ ਬਾਣੀ 'ਚ। ਸੰਬਤ 17 ਸਹਿਸ ਭਣਿਜੈ। ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ। ਤੀਰ ਸਤਦਰਵ ਗ੍ਰੰਥ ਸੁਧਾਰਾ। ਉਹ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।